ਅਧਿਕਾਰੀ ਜਦੋਂ ਵੀ ਨੌਕਰੀ 'ਚ ਆਉਂਦੇ ਨੇ ਇਹ ਸਹੁੰ ਲੈਂਦੇ ਨੇ ਵੀ ਅਸੀਂ ਰਿਸ਼ਵਤ ਨਹੀਂ ਹੋਣ ਦਿਆਂਗੇ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਵਾਂਗੇ। ਤੇ ਹੁਣ ਜਦੋਂ ਵਿਜੀਲੈਂਸ ਨੇ ਕੋਈ ਕਾਰਵਾਈ ਕੀਤੀ ਹੈ ਤੇ ਇਹ ਦੁਹਾਈ ਦੇਣ ਲੱਗ ਗਏ। ਜੇ ਸਰਕਾਰ ਇਹਨਾਂ ਦੀਆਂ ਮੰਗਾਂ ਕੇ ਝੁਕ ਜੂਗੀ ਤੇ ਵਿਜੀਲੈਂਸ ਦਾ ਹੌਸਲਾ ਜਿਹੜਾ ਡਿੱਗ ਪਊਗਾ। ਫਿਰ ਵਿਜੀਲੈਂਸ ਵਾਲਿਆਂ ਦੀ ਲੋੜ ਆ 50 ਲੱਖ ਰੁਪਇਆ ਸੁੰਦਰ ਸ਼ਾਮ ਅਰੋੜਾ ਜੀ ਲੱਗੇ ਗਏ ਸੀ ਤੇ ਉਹ ਰੱਖ ਲੈਂਦੇ ਏ ਜੀ ਮਨਮੋਹਨ ਜੀ ਘਰ ਤੇ ਉਹਨਾਂ ਨੂੰ ਮਾੜਾ ਲੱਗਦਾ ਸੀ ਜੀ। ਮੇਰੀ ਪੀਸੀਐਸ ਅਧਿਕਾਰੀਆਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਨੇ ਵੀ ਦੇਖੋ ਨਰਿੰਦਰ ਧਾਲੀਵਾਲ ਦੇ ਕੋਲੋਂ ਤਾਂ ਕੋਈ ਰਿਕਵਰੀ ਨਹੀਂ ਹੋਈ ਨਾ, ਰਿਕਵਰੀ ਤੇ ਹੋਈ ਹੈ ਹੋਮਗਾਰਡ ਕੋਲੋਂ। ਉਹ ਸੁਪਰ ਆਰਟੀਏ ਸੀ ਵੀ ਹੋਮਗਾਰਡ ਨੇ ਆਪ 2,30,000 ਰੱਖ ਲਿਆ ਤੇ 1,70,000 ਰੁਪਇਆ ਜਿਹੜਾ ਉਹ ਆਰਟੀਏ ਨੂੰ ਦੇਣਾ ਸੀ। ਕਹਿੰਦੇ ਹਾਂ ਜੇ ਰਿਕਵਰੀ ਉਹਦੇ ਕੋਲ ਹੁੰਦੀ ਤੇ ਫਿਰ ਅਸੀਂ ਸਮਰਥਨ ਨਹੀਂ ਸੀ ਕਰਦੇ। ਜ਼ਿਆਦਾਤਰ ਬੰਦੇ ਸਿੱਧੇ ਪੈਸੇ ਨਹੀਂ ਫੜਦੇ, ਸਿੱਧੇ ਪੈਸੇ ਉਸ ਕੋਲ ਹੀ ਲੈਂਦੇ ਜਿਹੜਾ ਇਹਨਾਂ ਦਾ ਆਪਣਾ ਵਾਕਫ ਹੋਵੇ ਜੀ। ਕੋਈ ਗਨਮੈਨ, ਕੋਈ ਕਲਾਸ 4 ਇਸੇ ਕੰਮ ਨੂੰ ਰੱਖੇ ਹੁੰਦੇ। ਕਿਸੇ ਨੇ ਮਾਤੀ ਦਾ ਮੁੰਡਾ ਲਾਇਆ, ਕਿਸੇ ਨੇ ਕੋਈ ਲਾਇਆ, ਕਿਸੇ ਨੇ ਭਰਾ ਲਾਇਆ, ਕੋਈ ਕਲਾਸ 1 ਨੂੰ ਲਾਇਆ। ਹਰ ਬੰਦੇ ਨੇ ਆਪਣਾ ਆਪਣਾ ਬੰਦਾ ਗਾਂ ਰੱਖਿਆ ਤਾਂ ਕਿ ਫੜੇ ਜਾਂ ਤੇ ਅਸੀਂ ਮੁਕਰ ਜੀ ਵੀ ਅਸੀਂ ਤੇ ਲਿਆ ਨਹੀਂ। ਸਰਕਾਰ ਤੇ ਬੇਸਿਕਲੀ ਇਹ ਲੋਕ ਚਲਾਉਣ ਦਾ ਆ ਵੀ ਜੇ ਵਾਕਈ ਤੁਸੀਂ ਤੁਹਾਡੇ ਨਾਲ ਕੋਈ ਗਲਤੀ ਹੋਈ ਹੈ ਤੇ ਤੁਸੀਂ ਤੁਹਾਡੇ ਕੋਲ ਰਸਤੇ ਹੜਤਾਲ ਤੇ ਜਾਣ ਦਾ ਮਤਲਬ ਉਹ ਲੋਕਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਜਿਹੜੇ ਇਦਾਂ ਦੇ ਕਰਪਟ ਅਫਸਰ ਆ ਲੋਕਾਂ ਨੂੰ ਇਨਸਟੀਗੇਟ ਕਰਦੇ ਆ, ਹੜਤਾਲ ਕਰਦੇ ਆ, ਲੋਕਾਂ ਨੂੰ ਪਰੇਸ਼ਾਨ ਕਰਦੇ ਆ, ਇਹਨਾਂ ਦੇ ਘਰਾਂ ਦਾ ਘਰਾਓ ਲੋਕਾਂ ਨੂੰ ਹੁਣ ਕਰਨਾ ਚਾਹੀਦਾ ਵੀ ਕੀ ਵਿਜੀਲੈਂਸ ਗਲਤ ਕੰਮ ਕਰ ਰਹੀ ਹੈ, ਵੀ ਕੀ ਭ੍ਰਸ਼ਟਾਚਾਰ ਹੁੰਦਾ ਰਹਿਣ ਦੇਣਾ ਚਾਹੀਦਾ ਹੈ, ਕਿ ਲੀਡਰਾਂ ਨੂੰ ਸਭ ਮਾਫ ਹੈ, ਕਿ ਅਧਿਕਾਰੀਆਂ ਨੂੰ ਸਭ ਮਾਫ ਹੈ। ਇਹ ਜਨਤਾ ਜਾਣਨਾ ਚਾਹੁੰਦੀ ਹੈ। ਨਹੀਂ ਕਹਿੰਦੇ ਵੀ ਸਾਰੇ ਚੋਰ ਆ, 10-20% ਅਧਿਕਾਰੀ ਚੋਰ ਹੁੰਦੇ ਆ, 80% ਇਮਾਨਦਾਰ ਆ ਤੇ ਇਹਨਾਂ ਨੂੰ ਦੇਸ਼ ਦੀ ਕਾਨੂੰਨ ਵਿਵਸਥਾ ਤੇ ਵਿਸ਼ਵਾਸ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਜਿਹਦਾ ਮਤਲਬ ਵੀ ਇਹਨਾਂ ਨੂੰ ਆਪਣੇ ਕਾਨੂੰਨ ਤੇ ਵਿਸ਼ਵਾਸ ਕੋਈ ਨਹੀਂ। ਜੇ ਤੁਹਾਡੇ ਨਾਲ ਜ਼ਿਆਦਤੀ ਤੇ ਹਾਈ ਕੋਰਟ ਨੂੰ ਦੱਸੋ ਜਾ ਕੇ। ਡੀਐਸਪੀ ਨੇ ਜਿਹੜੇ ਕਿ ਡਿਪਟੀ ਜੇਲ੍ਹ ਸੁਪਰਡੈਂਟ ਸੀਗੇ, ਉਹ ਆਪਣੀ ਪਤਨੀ ਜਿਹੜੀ ਕਿ ਉਹ ਕਹਿੰਦੇ ਵੀ ਆਪਣੇ ਆਪ ਨੂੰ ਜਾਲੀ ਜੱਜ ਕਹਿੰਦੀ ਸੀ, ਪੁਲਿਸ ਨੇ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ। ਇਹਨਾਂ ਆਪਣੇ ਆਂਦੀ ਵੀ ਮੈਂ ਜੱਜ ਹੈਗੀ ਆ। 4 ਬੰਦਿਆਂ ਕੋਲ ਇਹਨਾਂ ਲੈ ਲਿਆ 8-8 ਲੱਖ ਰੁਪਇਆ ਵੀ ਤੁਹਾਨੂੰ ਅਸੀਂ ਸਿਪਾਹੀ ਭਰਤੀ ਕਰਨਾ। ਇੱਕ ਲੜਕੀ ਕੋਲ ਲੈ ਲਿਆ 11 ਲੱਖ ਰੁਪਇਆ ਵੀ ਤੈਨੂੰ ਸਬ ਇੰਸਪੈਕਟਰ ਕਰ ਦੇਣਾ ਜੀ। ਹੁਣ ਜਦੋਂ ਇਹ ਫੜੀ ਗਈ ਦੀਪਕਰਨ ਕੌਰ, ਇਹਦੇ ਜੋ 2 ਵਰਦੀਆਂ ਤੇ ਮਿਲੀਆਂ ਸਿਪਾਹੀ ਦੀਆਂ, ਇੱਕ ਮਿਲੀ ਸਬ ਇੰਸਪੈਕਟਰ ਦੀ ਜਿਹਦੇ ਤੇ ਨਾਂ ਇੱਕ ਨੇਮ ਪਲੇਟ ਵੀ ਲੱਗੀ ਸ਼੍ਰੇਆ ਕਪੂਰ ਦੀ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖੜੀਆਂ ਖੜੀਆਂ 'ਚ ਤੁਹਾਡਾ ਸਵਾਗਤ ਹੈ। ਸਰਕਾਰ ਹੜਤਾਲ ਤੇ ਹੈ, ਬਿਲਕੁਲ ਤੁਸੀਂ ਠੀਕ ਸੁਣਿਆ। ਪੀਸੀਐਸ ਅਧਿਕਾਰੀ ਹੀ ਕੰਮਕਾਜ ਚਲਾਉਂਦੇ ਨੇ, ਸਾਰੇ ਦਫ਼ਤਰ ਜਿਹੜੇ ਹੈ ਉਹ ਇਹਨਾਂ ਦੇ ਸਾਰੇ ਚੱਲਦੇ ਨੇ ਤੇ ਅੱਜ ਦੂਸਰਾ ਦਿਨ ਹੈ ਇਹ ਹੜਤਾਲ ਤੇ ਨੇ। ਕਹਿਣ ਨੂੰ ਤੇ ਮਾਸ ਲੀਵ ਤੇ ਗਏ ਨੇ, ਪਰ ਦੂਜੇ ਸ਼ਬਦਾਂ ਦੇ ਵਿੱਚ ਜਦੋਂ ਕੰਮ ਨਹੀਂ ਕਰਨਾ ਤੇ ਉਹ ਹੜਤਾਲ ਹੀ ਹੈ। ਸ਼ਾਇਦ ਇਹ ਪਹਿਲਾ ਮੌਕਾ ਆਏਗਾ ਜਦੋਂ ਇੰਨੇ ਸਾਰੇ ਪੀਸੀਐਸ ਅਫਸਰ ਤੇ ਨਾਲ ਆਈਏਐਸ ਅਫਸਰ ਮੁੱਖ ਮੰਤਰੀ ਨੂੰ ਨਾਲ ਚੀਫ ਸੈਕਟਰੀ ਨੂੰ ਮਿਲੇ ਹੋਣ ਤੇ ਇੱਕ ਪਾਸੇ ਤੇ ਕਹਿੰਦੇ ਨੇ ਵੀ ਰਿਸ਼ਵਤ ਖਤਮ ਹੋਣੀ ਚਾਹੀਦੀ ਹੈ ਤੇ ਜਦੋਂ ਸਰਕਾਰ ਕੋਈ ਕਾਰਵਾਈ ਕਰਦੀ ਹੈ ਤੇ ਫਿਰ ਇਹਨਾਂ ਨੂੰ ਤਕਲੀਫ ਵੀ ਬਹੁਤ ਹੁੰਦੀ ਹੈ। ਕੱਲ ਇੱਕ ਡੀਐਸਪੀ ਫੜੇ ਗਏ ਨੇ ਜਿਹੜੇ ਕਿ ਜੇਲ੍ਹ ਸੁਪਰਡੈਂਟ, ਡਿਪਟੀ ਜੇਲ੍ਹ ਸੁਪਰਡੈਂਟ ਸੀ, ਨਾਲ ਉਹਨਾਂ ਦੀ ਜੱਜ, ਜਾਲੀ ਜੱਜ ਬਣੀ ਸੀ ਉਹਨਾਂ ਦੀ ਪਤਨੀ। ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਸਵਾਲ ਇਹ ਹੈ ਕਿ ਇੱਕ ਡੀਐਸਪੀ ਦੇ ਲੈਵਲ ਦੇ ਅਧਿਕਾਰੀ ਦੀ ਤਨਖਾਹ ਵੀ ਠੀਕ ਠਾਕ ਹੁੰਦੀ ਹੈ, ਉਹਦਾ ਰੁਤਬਾ ਵੀ ਠੀਕ ਹੁੰਦਾ ਹੈ ਤੇ ਫਿਰ ਉਹਨੂੰ ਗਲਤ ਕੰਮ ਕਰਨ ਦੀ ਲੋੜ ਕਿਉਂ ਪੈਂਦੀ ਹੈ? ਫਗਵਾੜਾ ਦਾ ਸਿਪਾਹੀ ਸ਼ਹੀਦ ਹੋ ਜਾਂਦਾ ਹੈ। ਗੈਂਗਸਟਰਾਂ ਨੂੰ ਸੰਰਕਸ਼ਣ ਦੇਣ ਵਾਲੇ ਤੇ ਉਹਨਾਂ ਦੀ ਹਮਾਇਤ ਕਰਨ ਵਾਲੇ ਅਧਿਕਾਰੀ ਹੁਣ ਵੀ ਸੋਚ ਰਹੇ ਹਨ ਕਿ ਹੁਣ ਸਮੇਂ ਆ ਗਿਆ ਕਿ ਜਦੋਂ ਇਹਨਾਂ ਨਾਲ ਕੋਈ ਦੋਸਤੀ ਨਹੀਂ ਰੱਖਣੀ ਹੈ। ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚ ਗਏ, ਅੰਮ੍ਰਿਤਸਰ ਪਹੁੰਚ ਗਏ ਨੇ। ਉਹਨਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਟੀਮ ਹਾਈ ਕੋਰਟ ਪਹੁੰਚ ਗਈ ਹੈ, ਜਿਹਦਾ ਕਹਿਣਾ ਹੈ ਕਿ ਸਾਨੂੰ ਨੁਕਸਾਨ ਬਹੁਤ ਹੋਇਆ ਤੇ ਸਾਡੀ ਭਰਪਾਈ ਕੀਤੀ ਜਾਏ। ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਸ਼ਰਮਾ ਜੀ ਨਮਸਕਾਰ ਜੀ। ਨਮਸਕਾਰ ਜੀ ਭੰਡਾਰੀ ਸਾਹਿਬ, ਤੁਹਾਡਾ ਸਵਾਗਤ ਹੈ। ਸ਼ਰਮਾ ਜੀ ਧੰਨਵਾਦ ਜੀ। ਸ਼ਰਮਾ ਜੀ ਅੱਜ ਦੂਸਰਾ ਦਿਨ ਹੈ, 9 ਤਰੀਕ ਨੂੰ ਹੜਤਾਲ ਤੇ ਜਾਂਦੇ ਆ ਪੀਸੀਐਸ ਅਧਿਕਾਰੀ ਤੇ ਨਾਲ ਦੀ ਨਾਲ ਆਈਏਐਸ ਅਧਿਕਾਰੀ ਵੀ ਚਲੇ ਜਾਂਦੇ ਆ। ਕਹਿੰਦੇ ਵੀ ਵਿਜੀਲੈਂਸ ਸਾਨੂੰ ਤੰਗ ਕਰ ਰਹੀ ਹੈ। ਜਿਹੜੀ ਕੋਈ 17A ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ ਉਹਦੇ ਤਹਿਤ ਮਨਜ਼ੂਰੀ ਨਹੀਂ ਲਈ ਜਾਂਦੀ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਦੇਖੋ ਨਾ, ਸੀਐਮ ਸਾਹਿਬ ਨੂੰ ਮਿਲਿਆ ਜਾਂਦਾ ਹੈ, ਚੀਫ ਸੈਕਟਰੀ ਨੂੰ ਮਿਲਿਆ ਜਾਂਦਾ ਹੈ ਤੇ ਇਹ ਕੀ ਹੈ ਸਾਰਾ ਮਾਮਲਾ? ਇੱਕ ਪੰਨੇ ਤੇ ਜਦੋਂ ਅਧਿਕਾਰੀ ਜਦੋਂ ਵੀ ਨੌਕਰੀ 'ਚ ਆਉਂਦੇ ਨੇ ਇਹ ਸਹੁੰ ਲੈਂਦੇ ਨੇ ਵੀ ਅਸੀਂ ਰਿਸ਼ਵਤ ਨਹੀਂ ਹੋਣ ਦਿਆਂਗੇ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਵਾਂਗੇ। ਤੇ ਹੁਣ ਜਦੋਂ ਵਿਜੀਲੈਂਸ ਨੇ ਕੋਈ ਕਾਰਵਾਈ ਕੀਤੀ ਹੈ ਤੇ ਇਹ ਦੁਹਾਈ ਦੇਣ ਲੱਗ ਗਏ। ਬਹੁਤ ਮਾੜੀ ਗੱਲ ਆ, ਮੰਦਭਾਗੀ ਗੱਲ ਆ ਪੰਜਾਬ ਵਾਸਤੇ। ਪੰਜਾਬ 'ਚ ਭੰਡਾਰੀ ਸਾਹਿਬ ਅਰਾਜਕਤਾ ਦਾ ਮਾਹੌਲ ਹੋ ਗਿਆ ਜੀ। ਸਰਕਾਰ ਨੂੰ ਕੋਈ ਨਹੀਂ ਜੇ ਪੁੱਛਣ ਡਿਆ ਜੀ। ਵੇਖੋ ਸਰਕਾਰ ਨੇ ਕੰਮ ਵਧੀਆ ਕੀਤਾ, ਵਿਜੀਲੈਂਸ ਬਹੁਤ ਵਧੀਆ ਕੰਮ ਹੈ। ਜੇ ਸਰਕਾਰ ਇਹਨਾਂ ਦੀਆਂ ਮੰਗਾਂ ਕੇ ਝੁਕ ਜੂਗੀ ਤੇ ਵਿਜੀਲੈਂਸ ਦਾ ਹੌਸਲਾ ਜਿਹੜਾ ਡਿੱਗ ਪਊਗਾ। ਫਿਰ ਵਿਜੀਲੈਂਸ ਵਾਲਿਆਂ ਦੀ ਲੋੜ ਆ 50 ਲੱਖ ਰੁਪਇਆ ਸੁੰਦਰ ਸ਼ਾਮ ਅਰੋੜਾ ਜੀ ਲੱਗੇ ਗਏ ਸੀ ਤੇ ਉਹ ਰੱਖ ਲੈਂਦੇ ਏ ਜੀ ਮਨਮੋਹਨ ਜੀ ਘਰ ਤੇ ਉਹਨਾਂ ਨੂੰ ਮਾੜਾ ਲੱਗਦਾ ਸੀ ਜੀ। ਅਗਲੇ ਸਾਰਿਆਂ ਨਾਲ ਦੁਸ਼ਮਣੀ ਪਾਉਣ ਡੇ ਆ, ਕੇਸ ਰਜਿਸਟਰਡ ਕਰਨ ਡੇ ਆ ਤੇ ਜਿਹੜੇ ਤੇ ਲੋਕਾਂ ਨੂੰ
ਇਹ ਵਿਸ਼ਵਾਸ ਦਿਵਾਉਣ ਦੇ ਵੀ ਹੁਣ ਜਿਹੜਾ ਭ੍ਰਿਸ਼ਟਾਚਾਰ ਅਸੀਂ ਰੋਕਾਂਗੇ। ਜੀ ਵਿਸ਼ਵਾਸ ਜਾਗਿਆ ਜੇ, ਰੁਕਿਆ ਨਹੀਂ ਕਿਤੇ ਵੀ। ਕਿਸੇ ਵੀ ਦਫ਼ਤਰ 'ਚ ਚੱਲ ਜਾਓ, ਕੋਈ ਮਾਈ ਦਾ ਪੁੱਤ ਕਹਦੇ ਮੈਂ ਕੋਈ ਰਜਿਸਟਰੀ ਫ੍ਰੀ ਕਰਾ ਕੇ ਆਇਆ, ਮੈਂ ਕੋਈ ਮੈਡੀਕਲ ਲੀਗਲ ਫ੍ਰੀ ਕਟਾ ਕੇ ਆਇਆ, ਜੀ ਮੈਂ ਕੋਈ ਲਾਇਸੈਂਸ ਫ੍ਰੀ ਬਣਾ ਕੇ ਆਇਆ, ਕੋਈ ਬੰਦਾ ਨਹੀਂ ਤੁਹਾਨੂੰ ਇਦਾਂ ਦਾ ਮਿਲੂ, ਜਾਂ ਕੋਈ ਵਾਕਫੀ ਬਹੁਤ ਖਾਸ ਹੋਊਗੀ ਕਿਹਦਾ ਕਰਾ ਕੇ ਜਾਓ। ਕਿਸੇ ਵੀ ਦਫ਼ਤਰ 'ਚ ਪੈਸੇ ਦਿੱਤਿਓਂ ਬਗੈਰ ਕੰਮ ਨਹੀਂ ਹੋ ਰਿਹਾ। ਜੀ ਹੁਣ IAS ਨੀਲਮਾ ਜੀ ਤੇ ਤੁਹਾਨੂੰ ਪਤਾ ਵੀ ਰੀਅਲ ਸਟੇਟ ਦੇ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੇ ਜਿਹੜੇ ਪਲਾਟ ਸੀ, ਜੀ ਜੀ ਉਹਦੀ ਕਲੋਨੀ ਕੱਟਣ ਦਾ ਦੇ ਕੇਸ 'ਚ ਉਹ ਵੀ ਉਹ ਪਹਿਲੇ ਟ੍ਰਾਂਸਫਰ ਕਰਤੇ ਗਏ ਨਾ ਪਲਾਟ ਜੀ। ਪਲਾਟ ਟ੍ਰਾਂਸਫਰ ਕਰਤੇ, 12 ਪਲਾਟ ਸੀ 1 ਏਕੜ ਦੇ, ਫਿਰ ਉਹਨੇ 125 ਟ੍ਰਾਂਸਫਰ 125 ਕਰਤੇ ਗਏ। ਉਹਦੇ ਕੇਸ ਰਜਿਸਟਰਡ ਹੋਇਆ, ਉਹ 'ਚ 5-6 ਅਧਿਕਾਰੀ PSIC ਦੇ ਫੜੇ ਵੀ ਗਏ ਆ। ਇਹਨਾਂ ਦੇ ਜੇ ਕੇਸ ਰਜਿਸਟਰ ਹੋਇਆ ਇਹਨਾਂ ਨੂੰ ਫੜਿਆ ਨਹੀਂ ਗਿਆ ਅਜੇ। ਹਾਂ, ਸ਼ਾਮ ਸੁੰਦਰ ਜੀ ਅਰੈਸਟਡ ਆ, ਇਹਨਾਂ ਨੂੰ ਅਜੇ ਫੜਿਆ ਨਹੀਂ ਗਿਆ। ਦੂਜੇ ਬੰਨੇ ਨਰਿੰਦਰ ਧਾਲੀਵਾਲ ਦੀ RTA ਆ, ਉਹ ਅਰੈਸਟ ਹੋ ਗਏ ਆ ਜੀ ਰਿਸ਼ਵਤ ਲੈਣ ਦੇ। ਉਹਨਾਂ ਦਾ ਹੋਮਗਾਰਡ ਵਾਲੇ ਕੋਈ ਉਹਨਾਂ ਦਾ ਹੀ ਪੈਂਡਿੰਗ ਪਿਆ, 2,30,000 ਰੁਪਇਆ ਪਿਆ ਸੀ, ਉਹਨੇ ਵਿਜੀਲੈਂਸ ਨੂੰ ਦੇ ਦਿੱਤਾ ਤੇ ਸਰਕਾਰੀ ਗਵਾਹ ਬਣ ਗਿਆ। ਇਹਦੇ ਚ ਨਾ ਮੇਰੀ PCS ਅਧਿਕਾਰੀਆਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਨੇ ਵੀ ਦੇਖੋ ਨਰਿੰਦਰ ਧਾਲੀਵਾਲ ਦੇ ਕੋਲੋਂ ਤਾਂ ਕੋਈ ਰਿਕਵਰੀ ਨਹੀਂ ਹੋਈ ਨਾ, ਰਿਕਵਰੀ ਤੇ ਹੋਈ ਹੈ ਹੋਮਗਾਰਡ ਕੋਲੋਂ, ਤੇ ਉਹ ਸੁਪਰ RTA ਸੀ ਵੀ ਹੋਮਗਾਰਡ ਨੇ ਆਪ 2,30,000 ਰੱਖ ਲਿਆ ਤੇ 1,70,000 ਰੁਪਇਆ ਜਿਹੜਾ ਉਹ RTA ਨੂੰ ਦੇਣਾ ਸੀ। ਕਹਿੰਦੇ ਹਾਂ ਜੇ ਰਿਕਵਰੀ ਉਹਦੇ ਕੋਲ ਹੁੰਦੀ ਤੇ ਫਿਰ ਅਸੀਂ ਸਮਰਥਨ ਨਹੀਂ ਸੀ ਕਰਨਾ। ਭੰਡਾਰੀ ਸਾਹਿਬ, ਕਿਸੇ ਵੀ ਅਧਿਕਾਰੀ ਜ਼ਿਆਦਾਤਰ ਬੰਦੇ ਸਿੱਧੇ ਪੈਸੇ ਨਹੀਂ ਫੜਦੇ, ਸਿੱਧੇ ਪੈਸੇ ਉਸ ਕੋਲ ਹੀ ਲੈਂਦੇ ਜਿਹੜਾ ਇਹਨਾਂ ਦਾ ਆਪਣਾ ਵਾਕਫ ਹੋਵੇ। ਕੋਈ ਗਨਮੈਨ, ਕੋਈ ਕਲਾਸ 4 ਇਸੇ ਕੰਮ ਨੂੰ ਰੱਖੇ ਹੁੰਦੇ। ਕਿਸੇ ਨੇ ਮਾਸੀ ਦਾ ਮੁੰਡਾ ਲਾਇਆ, ਕਿਸੇ ਨੇ ਕੋਈ ਲਾਇਆ, ਕਿਸੇ ਨੇ ਭਰਾ ਲਾਇਆ, ਕੋਈ ਕਲਾਸ 1 ਨੂੰ ਲਾਇਆ। ਹਰ ਬੰਦੇ ਨੇ ਆਪਣਾ ਆਪਣਾ ਬੰਦਾ ਗਾਂ ਰੱਖਿਆ ਹੁੰਦਾ ਤਾਂ ਕਿ ਫੜੇ ਜਾਂ ਤੇ ਅਸੀਂ ਮੁੱਕਰ ਜੀ ਵੀ ਅਸੀਂ ਤੇ ਲਿਆ ਨਹੀਂ ਜੀ। ਇਹ ਕੰਮ ਸਿੱਧਾ ਹੀ ਹੁੰਦਾ। ਹੁਣ ਇਹ 'ਚ ਸੱਚਾਈ ਕੀ ਆ ਤੇ ਜਾਂਚ ਸਾਹਮਣੇ ਆਊ। ਵਿਜੀਲੈਂਸ ਕੋਈ ਇਹਨਾਂ ਨਾਲ ਦੁਸ਼ਮਣੀ ਥੋੜਾ ਸੀ ਵੀ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਦੇ ਦਿੱਤਾ ਜੀ। ਹੁਣ IAS ਤੇ PCS ਐਸੋਸੀਏਸ਼ਨ ਨੇ ਬਾਹਾਂ ਲੀਆਂ ਜੱਟਾਂ ਦਾ, ਉਹਦੇ ਆਂਦੇ ਵੀ ਸਰਕਾਰ ਨਾਲ ਦੋ ਹੱਥ ਹੋਣਾ ਹੀ ਹੋਣਾ ਜੀ। ਕੱਲ 70-80 IAS ਦਗੜ ਚੱਲ ਗਏ CM ਸਾਹਿਬ ਕੋਲ, ਮੀਟਿੰਗ ਹੋਈ ਉਹਨਾਂ ਦੀ, ਬੜਾ ਉਹਨਾਂ ਰੋਸ਼ ਪ੍ਰਗਟ ਕੀਤਾ। ਉੱਥੇ ਜਿਹੜੇ ਹੈਗੇ ਆ ਨੀਲਮਾ ਦੇ ਪਤੀ ਅਮਿਤ ਕੁਮਾਰ, ਉਹਨਾਂ ਕਿਹਾ ਮੈਂ ਤਾਂ ਰਿਜ਼ਾਈਨ ਕਰ ਦੂੰਗਾ, ਮੇਰੀ ਜਨਾਨੀ ਬਿਲਕੁਲ ਠੀਕ ਆ, ਉਹਨੇ ਕਦੀ ਰਿਸ਼ਵਤ ਨਹੀਂ ਲਈ, ਉਹ ਤੇ ਗਲਤ ਕੇਸ ਰਜਿਸਟਰਡ ਹੋਇਆ, ਮੈਂ ਰਿਜ਼ਾਈਨ ਕਰਕੇ ਉਹਦੇ ਕੇਸ ਦੀ ਪੈਰਵਾਈ ਕਰੂੰਗਾ ਜੀ। ਕੁਛ ਹੋਰ IAS ਅਫਸਰਾਂ ਨੇ ਵੀ ਕਹਿ ਦਿੱਤਾ ਕਿ ਇਹ ਰਿਜ਼ਾਈਨ ਕਰ ਦਾਂਗੇ ਜੀ। CM ਸਾਹਿਬ ਇਹਨਾਂ ਤੇ ਦਬਾਅ ਹੇਠਾਂ ਜ਼ਰੂਰ ਆਏ ਆ ਜੀ। ਉਹਨਾਂ ਨੇ ਚੀਫ ਸੈਕਟਰੀ ਨੂੰ ਇੱਕ ਨੋਟ ਲਿਖਿਆ ਵੀ ਮੈਨੂੰ ਅੱਜ ਐਸੋਸੀਏਸ਼ਨ ਮਿਲੀ, ਉਹਨਾਂ ਨੇ ਮੇਰੇ ਧਿਆਨ 'ਚ 5 ਤਰੀਕ ਤੇ ਜਿਹੜੀ FIR ਹੋਈ ਹੈ PSIC ਦੇ, ਉਹਦੇ ਬਾਰੇ ਦੱਸਿਆ ਵੀ ਇਹ 'ਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਨਹੀਂ, ਉਹਨਾਂ ਨੇ ਕਿਹਾ ਵੀ ਜਿਹੜਾ ਅੰਡਰ 17A ਜਾਂ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ ਨਾ ਜੀ, ਉਹਦੇ ਤਹਿਤ ਵਿਭਾਗ ਕੋਲੋਂ ਮਨਜ਼ੂਰੀ ਨਹੀਂ ਲਈ ਗਈ। ਹੁਣ ਇਹ ਇਹਨਾਂ ਨਿਯਮਾਂ ਦੀ ਅੰਦਰ ਪਾਲਣਾ ਨਹੀਂ ਕੀਤੀ ਗਈ। ਕਿਤੇ ਉਹਨਾਂ ਕਿਹਾ ਵੀ FIR ਦਾ ਮੈਨੂੰ ਸਟੇਟਸ ਦੱਸੋ ਜੀ। ਚੀਫ ਸੈਕਟਰੀ ਨੂੰ ਕਿਹਾ ਵੀ ਅੱਜ ਦੀ ਡੇਟ ਦਿੱਤੀ ਸੀ, ਅੱਜ ਸ਼ਾਮ 5 ਵਜੇ ਤੱਕ ਮੈਨੂੰ ਸਟੇਟਸ ਦਿਓ। ਇੱਕ ਦੱਸੋ ਕਿ ਕੀ ਇਹ 'ਚ ਜਿਹੜੀਆਂ ਨਿਯਮਾਂ ਅਨੁਸਾਰ ਮਨਜ਼ੂਰੀ ਬਣਦੀ ਹੈ ਲਈ ਗਈ ਕਿ ਨਹੀਂ ਲਈ, ਜਾਂ ਜਿਨ੍ਹਾਂ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀ ਬਣਦੀ ਹੈ ਜੀ, ਉਹ ਦੱਸੀ ਜਾਵੇ। ਹੁਣ ਸਰਕਾਰ ਤੇ ਬੜੀ ਨਹੀਂ, ਇਹ ਦੇਖਿए ਜੀ, ਇਹਦੇ 'ਚ ਇੱਕ ਨਾ ਬੜਾ ਸਵਾਲ ਆਉਂਦਾ। ਦੇਖੋ ਸਰਕਾਰ ਕੋ ਤੇ ਸਾਰਾ ਪੂਰਾ ਤੰਤਰ ਹੁੰਦਾ। ਐਡਵੋਕੇਟ ਜਨਰਲ ਨੇ ਪੰਜਾਬ ਦੇ ਸਾਡੇ, ਉਹਨਾਂ ਦਾ ਇੱਕ ਪੈਨਲ ਬਿਠਾ ਦੇਣ ਤੇ ਸਾਹਮਣੇ ਉਹਨਾਂ ਦੇ ਚਿੱਠੀ ਰੱਖ ਦੇਣ ਵੀ ਪਹਿਲੇ 1988 'ਚ ਕੀ ਐਕਟ ਬਣਿਆ ਸੀ ਤੇ 2018 ਦੇ ਵਿੱਚ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਆ, ਉਹਦੇ 'ਚ ਕੀ ਅਮੈਂਡਮੈਂਟ ਹੋਈ ਹੈ ਵੀ ਵਾਕਈ ਉਹ ਦੱਸ ਦੇਣਗੇ ਕਿ ਜੇ ਵਿਜੀਲੈਂਸ ਨੇ ਜੇ ਮਾਮਲਾ ਦਰਜ ਕੀਤਾ ਹੈ ਉਹ ਇਹ ਜਿਹੜੇ ਨਿਯਮ ਨੇ ਉਹਨਾਂ ਦੇ ਆਧਾਰ ਤੇ ਕੀਤਾ ਹੈ ਕਿ ਜਾਂ ਨਿਯਮਾਂ ਤੋਂ ਬਾਹਰ ਹੋ ਕੇ ਕੀਤਾ। ਵੈਸੇ ਜਿਹੜੇ IPS ਨੇ, ਜਿਹੜੇ ਡਾਇਰੈਕਟਰ ਨੇ ਵਿਜੀਲੈਂਸ ਦੇ ਇਸ ਵੇਲੇ ਵਰਿੰਦਰ ਕੁਮਾਰ, ਉਹ ਵੀ ਤੇ ਬੇਸਿਕਲੀ IPS ਅਧਿਕਾਰੀ ਨੇ ਨਾ। ਉਹ ਕਿਹੜੇ PPS ਤੋਂ IPS ਪ੍ਰਮੋਟ ਹੋਏ ਆ ਜਾਂ ਉਹ ਇੱਕ ਇੰਸਪੈਕਟਰ ਭਰਤੀ ਹੋਏ ਹੋਣ ਤੇ ਬਾਅਦ ਚੋਂ IPS ਬਣ ਗਏ। ਉਹਨਾਂ ਨੂੰ ਤੇ ਸਾਰੇ ਨਿਯਮ ਪਤਾ ਨੇ ਨਾ ਅਕਸਰ, ਕਿਉਂਕਿ ਕਿਸੇ ਦੇ ਖਿਲਾਫ ਇਸ ਤਰ੍ਹਾਂ ਮਾਮਲਾ ਦਰਜ ਕਰਨਾ ਉਹ ਵੀ ਸੌਖਾ ਕੰਮ ਨਹੀਂ ਹੈ। ਹੁਣ ਸਾਨੂੰ ਮਾਨ ਸਾਹਿਬ ਨੇ ਚੀਫ ਸੈਕਟਰੀ ਕੋਲੋਂ ਸਟੇਟਸ ਜੋ ਪੁੱਛਿਆ ਵੀ ਆਪਣੇ ਐਡਵੋਕੇਟ ਦਾ ਪੈਨਲ ਬਿਠਾਓ। ਬਿਲਕੁਲ ਭੰਡਾਰੀ ਸਾਹਿਬ, ਤੁਹਾਡੀ ਠੀਕ ਹੈ, ਐਡਵੋਕੇਟ ਜਨਰਲ ਦੀ ਇੱਕ ਟੀਮ ਬਣਾ ਕੇ ਪੈਨਲ ਬਣਾ ਕੇ ਉਹਦੇ ਕੋਲ ਰਿਪੋਰਟ ਮੰਗ ਲੈਂਦੇ ਵੀ ਇਹ ਠੀਕ ਹੋਇਆ ਕਿ ਨਹੀਂ ਗਲਤ ਹੋਇਆ। ਦੂਜੀ ਗੱਲ, ਜਦੋਂ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਤੇ ਜਦੋਂ ਕੋਈ ਦੂਜੇ ਛੋਟਾ ਮੁਲਾਜ਼ਮ ਥੱਲੇ ਜੇ ਫੜਿਆ ਜਾਂਦਾ ਉਦੋਂ ਕਿਉਂ ਨਹੀਂ ਅਧਿਕਾਰੀ ਬੋਲਦੇ ਵੀ ਇੱਥੇ ਇਹਦੀ ਨਿਯਮਾਂ ਦੀ ਉਲੰਘਣਾ ਹੋਈ ਆ, ਇਹਦੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਮਨਜ਼ੂਰੀ ਨਹੀਂ ਲਈ ਗਈ। ਕਿਉਂਕਿ ਰਕੇਸ਼ ਜੀ, ਇਹਦਾ ਮਤਲਬ ਇਹਨਾਂ ਵਾਸਤੇ ਕਾਨੂੰਨ ਵੱਖਰਾ ਨਹੀਂ। ਜਿਹੜੇ IAS ਹੈ ਨਾ ਜੀ, ਇਹ ਸੁਪਰ ਬਾਸ ਹੈ ਬੇਸਿਕਲੀ। ਰਾਜੇ ਚਲੇ ਗਏ ਆ ਸਾਡੇ ਮੁਲਕ ਦੇ ਵਿੱਚੋਂ, ਰਾਜ ਤੇ ਉਹਨੇ ਕਰਨ ਡਏ ਨੇ। ਕਹਿਣ ਦੀ ਗੱਲ ਹੈ ਜਨਤਾ ਤੇ ਜਿਹੜੀ ਪਿਸ ਰਹੀ ਹੈ। ਤੁਸੀਂ ਕਿਸੇ ਦਫ਼ਤਰ 'ਚ ਜਾ ਕੇ ਕਿਸੇ IAS ਨੂੰ ਮਿਲ ਕੇ ਦਿਖਾਓ, ਪਹਿਲੇ ਤੇ ਤੁਹਾਨੂੰ ਦਰਬਾਨ ਰੋਕ ਲੈਂਦਾ ਬਾਹਰ। ਫਿਰ ਤੁਸੀਂ ਦੇਖੋ ਨਾ, ਜਦੋਂ ਇਹ ਆਪਣੀ ਸਰਕਾਰ ਤੇ ਬੇਸਿਕਲੀ ਇਹ ਲੋਕ ਚਲਾਉਣ ਡਏ ਆ ਵੀ ਜੇ ਵਾਕਈ ਤੁਸੀਂ ਤੁਹਾਡਾ ਕੋਈ ਗਲਤੀ ਹੋਈ ਹੈ ਤੇ ਤੁਸੀਂ ਤੁਹਾਡੇ ਕੋਲ ਰਸਤੇ ਹੜਤਾਲ ਤੇ ਜਾਣ ਦਾ ਮਤਲਬ ਉਹ ਲੋਕਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਜਿਹੜੇ ਰੋਜ਼ ਕੰਮ ਕਰਾਉਂਦੇ ਆ। ਇਹ ਰਾਜੇ ਆ, ਇਹਨਾਂ ਨੇ ਵੇਖੋ ਕਿੰਨੀਆਂ ਮਹਿੰਗੀਆਂ ਗੱਡੀਆਂ ਰੱਖੀਆਂ ਜੀ,
ਕਿੱਥੇ ਕਿੱਥੇ ਬੱਚੇ ਇਹਨਾਂ ਦੇ ਵਿਦੇਸ਼ਾਂ 'ਚ ਪੜ੍ਹਨ ਦੇ ਆ। ਇਹ ਵੀ ਸਰਕਾਰ ਨੂੰ ਟੂਰ ਵੇਖੋ ਕਿੰਨੇ ਕਰਦੇ ਆ। ਸਰਕਾਰ ਨੂੰ ਇਹ ਵੀ ਸਟੇਟਸ ਹੋ ਜਾਣੀ ਚਾਹੀਦੀ ਹੈ। ਫੋਨ ਵੇਖਣ ਵੀ ਇਹਨਾਂ ਦੇ ਕਿੱਡੇ ਕਿੱਡੇ ਮਹਿੰਗੇ ਫੜੇ ਗਏ ਆ। ਇਹਨਾਂ ਦਾ ਇੱਕ ਸ਼ਾਹੀ ਸਟੇਟਸ ਬਣਿਆ ਹੁੰਦਾ ਜੀ। ਤੇ ਜੇ ਇੱਧਰ ਉਧਰੋਂ ਪੈਸਾ ਨਾ ਆਊਗਾ ਤੇ ਉਹ ਸ਼ਾਹੀ ਸਟੇਟਸ ਬਣਨੀ ਹੈ ਨਹੀਂ। ਕਹਿੰਦੇ ਵੀ ਸਾਰੇ ਚੋਰ ਆ, 10-20% ਅਧਿਕਾਰੀ ਚੋਰ ਹੁੰਦੇ ਆ, 80% ਇਮਾਨਦਾਰ ਆ। ਤੇ ਇਹਨਾਂ ਨੂੰ ਦੇਸ਼ ਦੀ ਕਾਨੂੰਨ ਵਿਵਸਥਾ ਤੇ ਵਿਸ਼ਵਾਸ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਜਿਹਦਾ ਮਤਲਬ ਵੀ ਇਹਨਾਂ ਨੂੰ ਆਪਣੇ ਕਾਨੂੰਨ ਤੇ ਵਿਸ਼ਵਾਸ ਕੋਈ ਨਹੀਂ। ਜੇ ਤੁਹਾਡੇ ਨਾਲ ਜ਼ਿਆਦਤੀ ਹੋਈ ਤੇ ਹਾਈ ਕੋਰਟ ਨੂੰ ਦੱਸੋ ਜਾ ਕੇ। ਇੱਥੋਂ ਤੱਕ ਨੀਲਮਾ ਜੀ ਦਾ ਸਵਾਲ ਆਈ ਇਸ ਦਾ ਸਾਡੇ ਹੱਥ 'ਚ ਰਹੇ ਆ। ਮੈਂ ਪਰਸਨਲੀ ਜਿੰਨਾ ਕਿ ਮੈਨੂੰ ਉਹਨਾਂ ਬਾਰੇ ਪਤਾ, ਓਨੈਸਟ ਲੇਡੀ ਆ। ਹੁਣ ਜੇ ਉਹਨਾਂ ਨੇ ਕੰਮ ਕੀਤਾ ਉਹਨਾਂ ਦਾ ਬਿਆਨ ਵੀ ਲਓ ਜੀ, ਕਿਹਦੇ ਪ੍ਰੈਸ਼ਰ ਹੇਠਾਂ ਕੀਤਾ। ਨਹੀਂ, ਉਹਨਾਂ ਨੂੰ ਆਪ ਹੀ ਸਾਹਮਣੇ ਆਉਣਾ ਚਾਹੀਦਾ ਨਾ। ਜੇ ਅਮਿਤ ਕੁਮਾਰ ਉਹਨਾਂ ਦੇ ਜੇ ਆਈਏ ਉਹਨਾਂ ਦੇ ਹਸਬੈਂਡ ਆ ਸਕਦੇ ਹੈ। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਆਈਏਐਸ ਗਰੁੱਪਾਂ ਜਿਹੜੇ ਆਫੀਸਰ ਨੇ ਉਹਨਾਂ ਦਾ ਇੱਕ WhatsApp ਗਰੁੱਪ ਬਣਿਆ ਹੋਇਆ ਹੈ। ਉਹ WhatsApp ਦੇ ਵਿੱਚ ਵੀ ਜਿਹੜਾ ਨਾ ਕਾਫੀ ਗਰਮਾ ਗਰਮੀ ਆਦਾਨ ਪ੍ਰਦਾਨ ਹੋਇਆ। ਅਮਿਤ ਕੁਮਾਰ ਜੀ ਨੇ WhatsApp ਗਰੁੱਪ ਵੀ ਛੱਡਦਾ ਸੀ। ਆ ਤੇ ਦੇਖੋ ਨਾ ਵੀ ਸਰਕਾਰ ਨੂੰ ਗੱਲ ਭੰਡਾਰੀ ਸਾਹਿਬ ਨੀਲਮਾ ਜੀ ਨੂੰ ਆ ਕੇ ਕਲੀਅਰ ਕਰਨਾ ਚਾਹੀਦਾ। ਜਿਹੜਾ ਆਰੋਪ ਲੱਗ ਰਿਹਾ ਵੀ ਇਹਨਾਂ ਆਪਣੇ ਰਿਸ਼ਤੇਦਾਰ ਨੂੰ ਜਾਂ ਆਪਣੀ ਭੈਣ ਨੂੰ ਪਲਾਟ ਦਿੱਤਾ, ਕੀ ਦਿੱਤਾ ਕਿ ਨਹੀਂ ਦਿੱਤਾ, ਬਿਲਕੁਲ ਕਲੀਅਰ ਕਰਨ ਜਨਤਾ ਨੂੰ। ਦੇਖੋ ਇੱਕ ਉੱਥੇ ਪਤਾ ਲੱਗਾ ਵੀ ਜਿੰਨੇ ਪਲਾਟ ਹੈਗੇ ਆ, ਹਾਈ ਪ੍ਰੋਫਾਈਲ ਬੰਦਿਆਂ ਨੂੰ ਮਿਲੇ ਆ, ਲੀਡਰਾਂ ਦੇ ਰਿਸ਼ਤੇਦਾਰਾਂ ਨੂੰ ਮਿਲੇ ਆ, ਬੜੇ ਇਨਫਲੂਐਂਸ਼ੀਅਲ ਬੰਦਿਆਂ ਨੂੰ ਮਿਲੇ ਆ। ਕਹਿੰਦੇ ਵੀ 7-8 ਰੁਪਏ ਗਜ ਲਏ ਤੇ 65-70 ਰੁਪਏ ਗਜ ਵਿੱਚ ਆ। ਦੇਖੋ ਜੀ, ਇਹ ਤੇ ਇਨਫਲੂਐਂਸ਼ੀਅਲ ਬੰਦੇ ਲੈਣ ਕਰਕੇ ਜੀ। ਦੇਖੋ 1988 ਦਾ ਜਿਹੜਾ ਇਹ ਸਕੀਮ ਸੀਗੀ, 1987 ਦੀ, 2018 ਚ ਉਹਦੀ ਅਮੈਂਡਮੈਂਟ ਹੁੰਦੀ ਹੈ। ਉਹ 30 ਸਾਲ ਬਾਅਦ ਤੇ ਰੇਟ ਵੈਸੇ ਹੀ ਕਿੱਥੇ ਦੇ ਕਿੱਥੇ ਚਲੇ ਜਾਂਦੇ ਨੇ। ਜਦੋਂ ਉਦੋਂ ਦਿੱਤੀ ਹੋਣੀ ਹੈ, ਉਦੋਂ ਕਿਸ ਭਾਅ ਜ਼ਮੀਨ ਸੀ ਤੇ ਹੁਣ 30 ਸਾਲ ਬਾਅਦ ਜ਼ਮੀਨ ਦਾ ਕੀ ਹਾਲਾਤ ਹੈ। ਭੰਡਾਰੀ ਸਾਹਿਬ ਜ਼ਮੀਨ ਦਿੱਤੀ ਹੀ ਇੰਡਸਟਰੀਅਲ ਵਾਸਤੇ ਵੀ ਇੰਡਸਟਰੀ ਇੱਥੇ ਵਧੇ ਜੀ। ਉਹ ਅੱਤਵਾਦ ਤੋਂ ਬਾਅਦ ਇੰਡਸਟਰੀ ਇੱਥੇ ਵਧੇ, ਲੋਕਾਂ ਨੂੰ ਰੋਜ਼ਗਾਰ ਮਿਲੇ। ਹੁਣ ਇੱਥੇ ਮੈਨੂੰ ਇੱਕ SDO ਐਕਸ਼ਨ ਸਾਹਿਬ ਮਿਲੇ ਸੀ। ਤੁਹਾਨੂੰ ਇੱਕ IAS ਅਫਸਰ ਦੀ ਗੱਲ ਸੁਣਾਉਂਦੇ ਆ। ਇੱਥੇ ਅੰਮ੍ਰਿਤਸਰ 'ਚ ਰਹਿ ਚੁੱਕੇ ਆ। ਉਹ ਕਹਿੰਦੇ ਵੀ ਮੈਂ ਉਹਨਾਂ ਦੇ ਬਾਥਰੂਮ ਤਿਆਰ ਕਰਵਾਏ। ਆਂਦੇ ਮੇਰਾ ਕਰੋੜ ਰੁਪਇਆ ਲੱਗ ਗਿਆ। ਮੇਰਾ ਉਹਨਾਂ ਆਪਣੀ ਕੋਠੀ ਤੇ ਨਹੀਂ ਲੱਗਾ ਜਿੰਨਾ ਉਹ ਅਫਸਰ ਦੇ ਇਕੱਲੇ ਬਾਥਰੂਮਾਂ ਤੇ ਲੱਗ ਗਿਆ ਚੋਆਂ ਦੇ। ਤੇ ਕਿਉਂਕਿ ਰਾਜੇ ਹੈ ਨਾ ਜੀ, ਇਹ ਵੇਖੋ ਨਾ ਰਾਜੇ ਆ। ਹੁਣ ਇਹਨਾਂ ਦੇ ਬਾਥਰੂਮ ਚੈੱਕ ਕਰਾਏ ਜਾਣ ਵੀ ਇਹਨਾਂ ਦੇ ਕਿੰਨਾ ਕਿੰਨਾ ਪੈਸਾ ਲੱਗਾ। ਦੇਖੋ ਰਕੇਸ਼ ਜੀ, ਗੱਲ ਹੈ ਕਿ ਅਸੀਂ ਤੇ ਪਹਿਲੇ ਕਹਿ ਚੁੱਕੇ ਹਾਂ ਵੀ ਜਿਹੜਾ ਪੋਲੀਟੀਕਲ ਬੰਦਾ ਤੇ ਬਦਨਾਮ ਆ, ਉਹ ਤੇ ਬੜੇ ਥੋੜੇ ਪੈਸੇ ਖਾਂਦਾ। ਕਿਉਂਕਿ ਉਹਨੇ ਤੇ 2-4-5 ਸਾਲ ਲੈਣਾ, 5 ਸਾਲ ਕੋ ਮੰਤਰੀ ਰਹਿ ਜਾਊਗਾ। ਕਿਉਂਕਿ 4 ਸਾਲ ਹੀ ਕੰਮ ਕਰਦੇ ਆ। ਅਖੀਰਲਾ ਸਾਲ ਤੇ ਫਿਰ ਉਹਨੂੰ ਪਤਾ ਹੁੰਦਾ ਇਲੈਕਸ਼ਨ ਆ ਗਿਆ ਯਾਰ, ਲੋਕਾਂ ਨੂੰ ਵੀ ਡਿਲੀਵਰ ਕਰਨਾ। ਤੇ ਇਹ ਤਾਂ ਜਦੋਂ ਇੱਕ ਵਾਰੀ ਭਰਤੀ ਹੋ ਗਏ 25-26 ਸਾਲ ਤੋਂ ਬਾਅਦ ਤੇ 58 ਸਾਲ ਤੱਕ ਨੌਕਰੀ ਕਰਨੀ ਇਹਨਾਂ ਨੇ। ਤੁਸੀਂ ਦੇਖ ਲਓ ਨਾ, ਬੜੇ ਸਾਰੇ IAS ਜਿਹੜੇ ਇਰੀਗੇਸ਼ਨ ਘੁਟਾਲਾ ਹੈ, ਕੱਲ ਸਰਵੇਸ਼ ਕੌਸ਼ਲ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ, ਚੀਫ ਸੈਕਟਰੀ ਹੈ ਨਾਲ। ਕਿ ਜੀ ਇੱਕ ਹੋਰ ਇਹਦੇ ਨਾਲ ਇੱਕ ਗੱਲ ਤੁਹਾਨੂੰ ਦੱਸਣੀ ਆ। PCS ਵਾਲਿਆਂ ਦੇ ਐਸੋਸੀਏਸ਼ਨ ਦੀ ਵੱਖਰੀ ਮੀਟਿੰਗ ਹੋਈ। ਹਾਂ, ਉਹਨਾਂ ਨੇ ਮੰਗ ਰਾਤੀ ਵੀ ਸਾਡਾ ਤੇ ਜਿਹੜਾ ਹੈਗਾ RTA ਉਹਨੂੰ ਇਮੀਡੀਏਟਲੀ ਰਿਲੀਜ਼ ਕਰੋ। ਨਹੀਂ, ਪਰ ਉਹ ਤੇ ਪ੍ਰੋਸੀਜਰ ਫਾਲੋ ਕਰਨਾ ਪਏਗਾ ਨਾ। ਬਾਹਰ ਕੱਢੋ, ਉਹ ਕਿੱਦਾਂ ਸਕਦਾ ਚੱਲੂਗੀ। ਉਹਨਾਂ ਦੇ ਪ੍ਰਧਾਨ ਰਜਤ ਪਰਾਏ ਉਹਨੇ ਵੀ ਗੇਂਦ ਹੁਣ ਪਾਲੇ 'ਚ ਹੈਗੀ ਸਰਕਾਰ ਦੇ 'ਚ। ਸਰਕਾਰ ਕਿਦੋਂ ਛੱਡਦੀ ਆ ਤੇ ਉਹ ਹੜਤਾਲ ਵਾਪਸ ਹੋਊਗੀ। ਉਹਨਾਂ ਦੀ ਰੈਵਨਿਊ ਅਫਸਰ ਐਕਸਾਈਜ਼ ਵਾਲੇ ਜੀ DC ਦਫ਼ਤਰ ਐਸੋਸੀਏਸ਼ਨ ਹੜਤਾਲ ਤੇ ਚੱਲ ਗਈਆਂ। ਇਹਦਾ ਮਤਲਬ ਸਰਕਾਰ ਦਾ ਕਿਸੇ ਤੇ ਕੰਟਰੋਲ ਨਹੀਂ। ਐਸਮਾ ਲਾ ਦੇਣੀ ਚਾਹੀਦੀ ਆ। ਜਿਹੜਾ ਜ਼ਬਰਦਸਤੀ ਹੜਤਾਲ ਜਾਂਦਾ ਨੌਕਰੀ ਕੱਢ ਦਿਓ। ਵੈਸੇ ਤੇ ਜਿਹੜਾ ਤੁਹਾਨੂੰ ਮੰਨਦਾ ਨਹੀਂ ਹੜਤਾਲ ਜਾਓ ਕਿ ਚੰਗੇ ਕੰਮ ਵਾਸਤੇ ਜਾਓ। ਇਹ ਥੋੜਾ ਵੀ ਚੋਰਾ ਚਕਾਰੀਆਂ ਵਾਸਤੇ ਜਾਓ। ਜੀ ਸਰਕਾਰ ਨੂੰ ਚਾਹੀਦਾ ਵੀ ਸੈਂਟਰ ਗਵਰਨਮੈਂਟ ਨੂੰ ਲਿਖ ਦੇਵੇ ਵੀ ਆਹ ਹਾਲਾਤ ਪੈਦਾ ਹੋ ਗਏ। ਵੈਸੇ ਤੇ ਅੱਜ ਤਰੁਣ ਚੁੱਗ ਜਿਹੜੇ ਉਹਨਾਂ ਦਾ ਵੀ ਮੈਂ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਵੀ ਹੁਣ ਗਵਰਨਰ ਨੂੰ ਇੰਟਰਵੈਨ ਕਰਨਾ ਚਾਹੀਦਾ ਕਿਉਂਕਿ ਸਰਕਾਰ ਨਾਲ ਦੀ ਚੀਜ਼ ਹੀ ਕੋਈ ਨਹੀਂ ਰਹਿ ਗਈ। ਦਫ਼ਤਰ ਜਦੋਂ ਅੱਜ ਭਗਵਾਨ ਨਾ ਕਰੇ ਕੋਈ ਕਿਤੇ ਕੋਈ ਗੱਲਬਾਤ ਹੁੰਦੀ ਹੈ ਤੇ ਉੱਥੇ ਜਾ ਕੇ ਮੈਜਿਸਟ੍ਰੇਟ ਆਰਡਰ ਕਿਹਨੇ ਦੇਣੇ ਪੁਲਿਸ ਨੂੰ। ਜਿਵੇਂ ਲੋਕਲ ਜਦੋਂ ਕਿਤੇ ਕੋਈ ਗਲਤ ਗੱਲ ਹੁੰਦੀ ਹੈ, ਕਿਤੇ ਕੋਈ ਧਰਨਾ ਲੱਗ ਜਾਂਦਾ, ਕੋਈ ਕਿਤੇ ਕੋਈ ਡਾਂਸ ਛੋਟਾ ਚੱਲਦਾ ਹੈ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤੇ SDM ਲੈਵਲ ਦੇ ਅਧਿਕਾਰੀ ਜਾਂਦੇ ਨੇ ਜਾਂ ਤਹਿਸੀਲਦਾਰ ਲੈਵਲ ਦੇ ਅਧਿਕਾਰੀ ਜਾਂਦੇ ਨੇ। ਪਰ ਹੁਣ ਕਿਹਨੇ ਦੇਣਾ ਕਿਉਂਕਿ ਸਰਕਾਰ ਇਸ ਵੇਲੇ ਅਪਾਹਿਜ, ਮਤਲਬ ਸਿਸਟਮ ਇਸ ਵੇਲੇ ਅਪਾਹਿਜ ਹੋ ਗਿਆ। ਵੈਸੇ ਸਰਕਾਰ ਨੇ ਸਾਹਿਬ ਇਹਨਾਂ ਸਰਕਾਰ ਦਾ IAS PCS ਅਫਸਰਾਂ ਤੇ ਕੰਟਰੋਲ ਹੀ ਮੁੱਕ ਗਿਆ ਜੋ ਲੱਗਦਾ। ਕਿਉਂਕਿ ਦੇਖੋ ਅਸ਼ਵਨੀ ਸ਼ਰਮਾ ਨੇ BJP ਪ੍ਰਧਾਨ ਨੇ ਕਿਹਾ ਵੀ ਅਰਾਜਕਤਾ ਫੈਲ ਗਈ ਆ। ਬਿਲਕੁਲ ਠੀਕ ਹੈ। ਇਸ ਤਰ੍ਹਾਂ ਦੇ ਹੜਤਾਲ ਲਈ ਇਹ ਜ਼ਿੰਮੇਵਾਰ ਆ। ਨਹੀਂ ਇੱਕ ਗੱਲ ਇਹ ਵੀ ਨਾ ਕਿ ਉਹਦੇ ਬਾਕੀ ਇਹ ਸਰਕਾਰ ਕਿਉਂ ਜ਼ਿੰਮੇਵਾਰ, ਮੈਨੂੰ ਉਹਨਾਂ ਦੀ ਗੱਲ ਨਹੀਂ। ਇੱਕ ਸਵਾਲ ਉੱਠਦਾ ਨਾ ਜੀ ਵੀ ਕੀ ਵਿਜੀਲੈਂਸ ਗਲਤ ਕੰਮ ਕਰ ਰਹੀ ਹੈ, ਵੀ ਕੀ ਭ੍ਰਸ਼ਟਾਚਾਰ ਹੁੰਦਾ ਰਹਿਣ ਦੇਣਾ ਚਾਹੀਦਾ ਹੈ, ਕਿ ਲੀਡਰਾਂ ਨੂੰ ਸਭ ਮਾਫ ਹੈ, ਕਿ ਅਧਿਕਾਰੀਆਂ ਨੂੰ ਸਭ ਮਾਫ ਹੈ। ਇਹ ਜਨਤਾ ਜਾਣਨਾ ਚਾਹੁੰਦੀ ਹੈ। ਜਿਹੜੀ ਜਨਤਾ ਅੱਜ ਵੀ ਰੋਟੀ ਖਾਣ ਵਾਸਤੇ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਵਿਚਾਰੇ ਘਰ ਆਉਂਦੇ ਨੇ ਵੀ ਤੁਹਾਡੇ ਤੇ ਮਹਿਲ ਖੜੇ ਹੋ ਗਏ। ਭੰਡਾਰੀ ਸਾਹਿਬ ਇਸ ਕੰਮ ਨੂੰ ਉਹ ਲੀਡਰ ਵੀ ਵਿਭਾਗ ਦੇ ਰਹੇ ਆ, ਅਫਸਰ ਵਿਭਾਗ ਦੇ ਜਿਹੜੇ ਖੁਦ ਕਰਪਟ ਆ। ਉਹ ਵੇਖੋ ਜਦੋਂ ਸੀਟਾਂ ਤੇ ਬੈਠੇ ਆ, ਕੱਲ ਵੇਖੋ ਕੋਈ DC ਆਂਦੇ ਉੱਥੇ ਗਏ ਸੀ ਮੀਟਿੰਗ 'ਚ। DC ਤੇ ਮਨਜ਼ੂਰੀ ਤੋਂ ਬਿਨਾਂ ਸ਼ਹਿਰ ਛੱਡ ਨਹੀਂ ਸਕਦਾ। DC ਕਿੱਦਾਂ ਛੱਡ ਕੇ ਚੱਲ ਗਏ? ਇਹ DC ਨੂੰ ਕਰੋ ਸਸਪੈਂਡ ਜਿਹੜੇ ਉੱਥੇ ਗਏ ਸੀ। ਸਸਪੈਂਡ ਕਿੱਥੋਂ ਕਰਾਂਗੇ? ਸਰਕਾਰ ਨੂੰ ਤੇ ਆਪ ਹੱਥਾਂ ਪੈਰਾਂ ਤੇ ਪੈ ਗਈ ਵੈਸੇ। ਤੇ ਜੇ ਇਦਾਂ ਹੀ ਜਦੋਂ ਕਦੀ ਐਕਸਾਈਜ਼ ਵਾਲੇ ਹੜਤਾਲ ਤੇ ਚੱਲ ਗਏ, ਕਦੀ ਰੈਵਨਿਊ ਵਾਲੇ ਚੱਲ ਗਏ, ਸਰਕਾਰ ਦਬਾਅ ਹੇਠਾਂ ਦੀ ਰਹੀ,
ਫਿਰ ਵਿਜੀਲੈਂਸ ਨੂੰ ਕਹਿ ਦਿਓ ਵੀ ਭ੍ਰਿਸ਼ਟਾਚਾਰ ਹੋਣ ਦਿਓ, ਰੇਟ ਲਿਸਟ ਲਾ ਦਿਓ, ਨਹੀਂ ਤੇ ਫਿਰ ਬੰਦ ਕਰੋ ਨਾ, ਤਮਾਸ਼ਾ ਬੰਦ ਕਰੋ, ਲੋਕਾਂ ਨੂੰ ਕਹੋ ਵੀ ਪੈਸੇ ਦਿਓ ਤੇ ਕੰਮ ਕਰਾਓ। ਤੁਹਾਡਾ ਕੰਮ ਪੈਸੇ ਬਿਨਾਂ ਨਹੀਂ ਜੀ ਹੋਣਾ ਵੀ ਅਸੀਂ ਚੋਰੀ ਕਰਨੀ, ਜੇ ਸਾਡਾ ਜਨਮ ਸਿੱਧ ਅਧਿਕਾਰ ਆ ਵੀ ਅਸੀਂ ਸਾਰਾ ਕੁਝ ਕਰਨਾ ਹੀ ਕਰਨਾ ਹੈ। ਵੇਖੋ ਸਰਕਾਰ ਵੱਲੋਂ ਤੇ ਕੁਝ ਨਹੀਂ ਹੋਣਾ, ਲੋਕਾਂ ਨੂੰ ਜਾਗਣਾ ਪੈਣਾ, ਲੋਕਾਂ ਨੂੰ ਜਾਗਰੂਕ ਹੋਣਾ ਪਿਆ। ਜਿਹੜੇ ਇਦਾਂ ਦੇ ਕਰਪਟ ਅਫਸਰ ਆ, ਲੋਕਾਂ ਨੂੰ ਇਨਸਟੀਗੇਟ ਕਰਦੇ ਆ, ਹੜਤਾਲ ਕਰਦੇ ਆ, ਲੋਕਾਂ ਨੂੰ ਪਰੇਸ਼ਾਨ ਕਰਦੇ ਆ, ਇਹਨਾਂ ਦੇ ਘਰਾਂ ਦਾ ਘਰਾਓ ਲੋਕਾਂ ਨੂੰ ਹੁਣ ਕਰਨਾ ਚਾਹੀਦਾ। ਜਨਤਾ ਜਾਗੂਗੀ ਤੇ ਕਰਪਸ਼ਨ ਮੁੱਕਣੀ ਜੇ, ਨਹੀਂ ਤੇ ਇਦਾਂ ਹੀ ਦਬਾਅ ਹੇਠਾਂ ਕਰਪਸ਼ਨ ਚੱਲੀ ਜਾਣੀ ਜੇ। ਵਿਜੀਲੈਂਸ ਨੂੰ ਸਹਿਯੋਗ ਕਰੋ, ਜਿਹੜੇ ਵਿਜੀਲੈਂਸ 'ਚ ਵੀ ਕੋਈ ਕਾਲੀਆਂ ਭੇੜਾਂ ਕੋਈ ਹੈਗੀਆਂ ਉਹਨਾਂ ਦਾ ਵੀ ਨੰਗਾ ਕਰੋ। ਜਿਹੜੀਆਂ ਸ਼ਿਕਾਇਤਾਂ ਦੇਖੋ ਇਹ ਵੀ ਬੜਾ ਵੱਡਾ ਸਵਾਲ ਹੈ ਵੀ ਜਦੋਂ ਇਲੈਕਸ਼ਨ ਆਉਂਦੇ ਨੇ, ਵੋਟ ਲੈਣ ਤੇ ਜਾਣਾ ਲੀਡਰਾਂ ਨੇ, ਅਫਸਰਾਂ ਤੇ ਜਾਣਾ ਨਹੀਂ। ਅਫਸਰ ਇੱਕ ਕਦੀ ਇਸ ਸ਼ਹਿਰ 'ਚ ਕਦੀ ਦੂਸਰੇ ਸ਼ਹਿਰ 'ਚ ਟ੍ਰਾਂਸਫਰੇਬਲ ਜੌਬ ਹੈ ਇਹਨਾਂ ਦੀ, ਦੇਖੋ ਨਾ ਜੀ। ਪਰ ਕੌੜਾ ਸੱਚ ਪੰਜਾਬ ਦਾ ਇਹ ਵੀ ਹੈ ਵੀ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਬਿਨਾਂ ਪੈਸੇ ਕੋਈ ਕੰਮ ਨਹੀਂ ਹੁੰਦਾ। ਤੁਸੀਂ ਦੇਖੋ ਨਾ ਬਈ ਫਿਕਸਡ ਰੇਟ ਹੈ, ਕਹਿੰਦੇ ਵੀ ਇੱਕ ਬੰਦੀ ਬੰਦਾਈ ਰਿਸ਼ਵਤ ਜਿਹੜੀ ਹੈ ਉਹ ਆਣੀ ਹੈ ਵੀ ਤੁਸੀਂ ਕਿਹੜਾ ਕੰਮ ਕਰਾਣਾ ਉਹਦੇ ਕਿੰਨੇ ਪੈਸੇ। ਹਰ ਬੰਦਾ ਆਰਟੀ ਕਿਉਂ ਲੱਗਣਾ ਚਾਹੁੰਦਾ? ਹਾਂ, ਇਹਦਾ ਮਤਲਬ ਕੋਈ ਮਲਾਈਦਾਰ ਪੋਸਟ ਤਾਂ ਨਹੀਂ ਲੱਗਣਾ ਚਾਹੁੰਦਾ ਨਾ, ਕਿਉਂ ਕੋਈ ਸਬ ਰਜਿਸਟਰ ਲੱਗਣਾ ਚਾਹੁੰਦਾ? ਕਿ ਜੀ ਸਿਸਟਮ ਇੰਨਾ ਖਰਾਬ ਹੋ ਗਿਆ ਹਿੰਦੁਸਤਾਨ ਦਾ। ਇਹ ਆਪਣੇ ਜਿਹੜੇ ਵੱਡੇ ਅਫਸਰ ਤੇ ਜਿਹੜੇ ਲੀਡਰ ਹੈ ਨਾ, ਆਪਣੇ ਬੱਚਿਆਂ ਨੂੰ ਤੇ ਬਾਹਰ ਵਿਦੇਸ਼ਾਂ ਸੈਟਲ ਕਰੀ ਜਾਂਦੇ ਨੇ। ਕਿਉਂਕਿ ਦੇਖੋ ਨਾ, ਕੱਲ ਵੀ ਮੈਂ ਰਿਪੋਰਟ ਪੜ੍ਹ ਰਿਹਾ ਸੀ ਵੀ 8000 ਐਸਾ ਬੰਦਾ ਜਿਹੜੇ ਕਿ ਮਿਲੀਅਨਰ ਹੈ, ਕਰੋੜਾਂ ਅਰਬਾਂਪਤੀ ਨੇ, ਉਹ ਵੀ ਮੁਲਕ ਛੱਡ ਕੇ ਚਲੇ ਗਏ। ਉਹ ਕਹਿੰਦੇ ਵੀ ਦਵਾ ਇੱਥੇ ਗੰਦਖਾਨਾ ਇਦਾਂ ਹੀ ਰਹਿਣਾ ਵੀ ਲੋਕਾਂ ਪੈਸੇ ਦੇ ਕੇ ਕੰਮ ਕਰਾਉਣਾ ਤੇ ਵੀ ਅਸੀਂ ਇੱਥੇ ਰਹਿਣਾ ਕਿਉਂ ਆ। ਪਰ ਚਲੋ ਇਹ ਹੁਣ ਸਰਕਾਰ ਇਸ ਵੇਲੇ ਜਿਹੜੀ ਹੈ ਉਹ ਦੁਚਿੱਤੇ 'ਚ ਫਸ ਗਈ ਹੈ ਵੀ ਸਰਕਾਰ ਕਰੇ ਤੇ ਕਰੇ ਕੀ, ਸ਼ਾਇਦ ਉਹਨੂੰ ਸਮਝ ਨਹੀਂ ਲੱਗ ਰਹੀ। ਸਰਕਾਰ ਨੂੰ ਸਾਡੀ ਇਹ ਅਪੀਲ ਆ ਵੀ ਨਜਾਇਜ਼ ਬੰਦਾ ਕੋਈ ਫਸਣਾ ਨਹੀਂ ਚਾਹੀਦਾ ਤੇ ਦੋਸ਼ੀ ਚਾਹੇ ਜਿੱਡਾ ਮਰਜ਼ੀ ਵੱਡਾ ਹੋਵੇ ਉਹਨੂੰ ਛੱਡਣਾ ਨਹੀਂ ਚਾਹੀਦਾ। ਫਿਰ ਦੁਬਾਰਾ ਅਪੀਲ ਸਾਡੀ ਇਹ ਹੈ ਵੀ ਤੁਸੀਂ ਇੱਕ ਐਡਵੋਕੇਟ ਜਨਰਲ ਨੇ ਸਾਡੇ, ਪੂਰਾ ਉਹਨਾਂ ਦਾ ਪੈਨਲ ਹੈ, ਬੜਾ ਉਹਨਾਂ ਦੀ ਜਿਹੜੀ ਹੈ ਮੰਨੇ ਵਕੀਲ ਆ ਜੀ, ਉਹਨਾਂ ਕੋਲੋਂ ਤੁਸੀਂ ਆਪਣੇ ਉੱਥੋਂ ਸੈਂਟਰ ਕੋਲੋਂ ਤੁਸੀਂ ਕਹੋ ਵੀ ਅਸੀਂ ਫਸੇ ਹਾਂ ਵੀ ਸਾਨੂੰ ਇਹਦੇ 'ਚ ਦੱਸਿਓ, ਕਲੈਰੀਫਿਕੇਸ਼ਨ ਦਿਓ। 1 ਮਿੰਟ 'ਚ ਕਲੈਰੀਫਿਕੇਸ਼ਨ ਹੋ ਕੇ ਆ ਜਾਂਦੀ ਹੈ ਵੀ ਵਾਕਈ ਵਿਜੀਲੈਂਸ ਨੇ ਜਿਹੜੀ ਕੰਮ ਕੀਤਾ ਹੈ ਉਹ ਨਿਯਮਾਂ ਦੇ ਆਧਾਰ ਤੇ ਕੀਤਾ, ਉਸ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਂ ਨਹੀਂ ਕੀਤਾ। ਵੀ ਹੜਤਾਲ ਕਿਸੇ ਸਮੱਸਿਆ ਦਾ ਹੱਲ ਤੇ ਨਹੀਂ ਨਾ ਵੀ ਤੁਸੀਂ ਹੜਤਾਲ ਤੇ ਚਲੇ ਜਾਓ, ਇਹ ਕੋਈ ਤਰੀਕਾ ਥੋੜੀ ਹੈ। ਭੰਡਾਰੀ ਸਾਹਿਬ, ਕਾਨੂੰਨ ਸਾਰਿਆਂ ਵਾਸਤੇ ਇੱਕ ਚਾਹੀਦਾ। ਕਲਾਸ 4 ਵਾਸਤੇ ਵੀ ਉਹੀ ਕਾਨੂੰਨ ਚਾਹੀਦਾ, ਕਲਾਸ 1 ਵਾਸਤੇ ਵੀ ਉਹੀ ਕਾਨੂੰਨ ਚਾਹੀਦਾ, IAS ਵਾਸਤੇ ਵੀ। ਇਹ ਨਹੀਂ ਵੀ IAS PCS ਵਾਸਤੇ ਵੱਖਰਾ ਕਰ ਦਿਓ। ਹੁਣ ਜਦੋਂ ਇਹਨਾਂ IAS ਤੇ ਆਪਣੇ ਤੇ ਆਂਦੀ ਆ ਤੇ ਰੋਲਾ ਪਾਉਂਦੇ ਆ, ਜਦੋਂ ਪੋਪਲੀ ਜਿਹੜਾ PCS ਤੋਂ IAS ਪ੍ਰਮੋਟ ਹੋਇਆ ਉਹਨੂੰ ਤਾਂ IAS ਨਹੀਂ ਸਮਝਦੇ ਕਿ ਜੀ ਉਦੋਂ ਵੀ ਨਹੀਂ ਫੜੇ ਜਦੋਂ ਤੁਸੀਂ ਦੇਖੋ ਪੂਜਾ ਸਿੰਘਲ ਫੜੀ ਕਿ 200 ਕਰੋੜ ਰੁਪਏ ਦੇ ਮਾਮਲੇ 'ਚ, ਉਦੋਂ ਤਾਂ ਨਹੀਂ ਉੱਥੇ IAS ਬੰਦੇ ਨੇ ਹੜਤਾਲ ਕੀਤੀ। ਵੀ ਇੱਥੇ ਨਵਾਂ ਹੀ ਤਮਾਸ਼ਾ। ਮੇਰੀ ਨਾ ਕੁਝ ਜਿਹੜੇ IAS ਜਿਹੜੇ ਪੁਰਾਣੇ ਉਹਨਾਂ ਨਾਲ ਗੱਲ ਹੈ, IPS ਉਹਨਾਂ ਨਾਲ ਗੱਲ ਹੋਈ ਹੈ ਵੀ ਕਹਿੰਦੇ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਪਹਿਲੀ ਵਾਰ ਪੰਜਾਬ ਨੇ ਫੇਸ ਕੀਤੀ ਹੈ ਵੀ ਪਹਿਲੇ ਇਦਾਂ ਕਦੀ ਨਹੀਂ ਹੋਇਆ ਵੀ ਯਾਰ ਜਿਹਨੇ ਕੋਈ ਗਲਤ ਕੰਮ ਕੀਤਾ। ਸਰਕਾਰ ਦਾ ਕੰਟਰੋਲ ਹੀ ਨਹੀਂ ਹੈਗਾ ਅਫਸਰਸ਼ਾਹੀ ਦੇ ਉੱਤੇ। ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਸਰਕਾਰ ਦਾ ਅਫਸਰਸ਼ਾਹੀ ਉੱਤੇ ਕੰਟਰੋਲ ਕੋਈ ਨਹੀਂ ਹੈਗਾ। ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਭੂਏ ਨਾ ਚੜਾਤਾ ਕਿ ਹੁਣ ਦੇਖੋ ਸਰਕਾਰ ਜਿਹੜੀ ਗਲਤ ਤੋਂ ਗਲਤ ਫੈਸਲੇ ਲਈ ਜਾਂਦੀ ਆ। ਅੱਗੇ ਹੁੰਦਾ ਸੀ ਹਸਪਤਾਲਾਂ ਦਾ, ਤੁਹਾਨੂੰ ਪਤਾ ਅੱਗੇ ਬਹੁਤ ਮਾੜਾ ਹਾਲ ਆ ਜੀ। ਪੰਜਾਬ ਤੇ ਹੈਲਥ ਸਿਸਟਮ ਜਿਹੜਾ ਨਾ ਚਰਮਰਾਇਆ ਆ, ਪੰਗੂ ਹੈ, ਅਪਾਹਜ ਹੋ ਗਿਆ। ਅਸੀਂ ਮੈਂ ਮੰਤਰੀ ਸਾਹਿਬ ਨੂੰ ਮੈਸੇਜ ਪਾਇਆ, ਪਤਾ ਨਹੀਂ ਵੇਖਿਆ ਕਿ ਨਹੀਂ ਵੇਖਿਆ, ਸੈਕਟਰੀ ਸਾਹਿਬ ਨੂੰ ਦੱਸਿਆ ਜ਼ਿਲ੍ਹੇ ਦਾ ਸਿਵਲ ਹਸਪਤਾਲ ਅੰਮ੍ਰਿਤਸਰ ਦਾ ਨੰਬਰ 1 ਪੰਜਾਬ ਦਾ ਹਸਪਤਾਲ ਰਿਹਾ ਹੋਵੇ। 7 ਦਿਨ ਇੱਥੇ ਐਕਸਰੇ ਮਸ਼ੀਨ ਨਹੀਂ ਚੱਲੀ, UPC ਦੀ ਰਿਪੇਅਰ ਹੋਣੀ ਹੈ ਜੀ, ਚੇਂਜ ਹੋਣਾ। ਸੈਕਟਰੀ ਸਾਹਿਬ ਦਾ ਕੱਲ ਮੈਨੂੰ ਮੈਸੇਜ ਆਇਆ ਵੀ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਚੱਲ ਜੂ। ਹੁਣ ਇਹਨਾਂ ਨੇ ਕੀਤਾ FSS ਮਸ਼ੀਨ ਹੈਗੀ ਆ, ਉਹਦਾ UPC ਲਾ ਕੇ ਇੱਥੇ ਚਲਾਤਾ, ਤੇ ਜੇ ਉਹ ਮਸ਼ੀਨ ਚਲਾਣੀ ਪਊ ਤੇ ਫਿਰ ਨਹੀਂ ਰਕੇਸ਼ ਜੀ, ਇਹਦੇ 'ਚ ਇਹ ਵੀ ਸਵਾਲ ਆਉਂਦਾ ਨਾ ਵੀ ਜੇ ਤੁਹਾਡਾ ਪ੍ਰਾਈਵੇਟ ਹਸਪਤਾਲ ਹੁੰਦਾ ਤਾਂ ਕਿ ਤੁਸੀਂ 7 ਦਿਨ ਬੰਦ ਰਹਿਣ ਦਿੰਦੇ ਮਸ਼ੀਨ ਨੂੰ? ਵੀ ਠੀਕ ਆ, ਲੋਕਾਂ ਨੂੰ ਇਹਨਾਂ ਨੇ ਕੀ ਕੀਤਾ ਵੀ ਆਪਣਾ ਸ਼ੋਅ ਕਰਨ ਲਈ ਸਰਕਾਰ ਨੇ ਵੀ ਸਾਡਾ ਰੈਵਨਿਊ ਵੱਧ ਜਾਂਦਾ। ਜਿੰਨੇ ਹਸਪਤਾਲ ਯੂਜ਼ਰ ਚਾਰਜਸ ਹੁੰਦੇ ਸੀ ਨਾ ਅੱਗੇ ਹਸਪੀਟਲ ਦੇ SMO ਦੀ ਕੰਸੈਂਟ ਤੇ ਹੁੰਦੇ ਸੀ, ਉਹ ਜਿੱਥੇ ਜਿੱਥੇ ਲੋੜ ਹੁੰਦੀ ਪੈਸੇ ਖਰਚ ਲੈਂਦੇ ਸੀ, ਮਕੈਨਿਕ ਸੱਦ ਕੇ ਠੀਕ ਕਰਾ ਲੈਂਦੇ, 25000 ਤੱਕ ਪਾਵਰ ਹੁੰਦੀ ਸੀ। ਇਹਨਾਂ ਨੇ ਨਵੇਂ ਆਰਡਰ ਕਰਤੇ ਵੀ ਸਾਰੇ ਯੂਜ਼ਰ ਚਾਰਜਸ ਜਿਹੜੇ ਆ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ, ਜਿੰਨੇ ਤੁਹਾਡੇ ਹਸਪਤਾਲ 'ਚ ਪੈਸੇ। ਜ਼ਿਆਦਾ ਚੀਜ਼ਾਂ ਦੇ ਮੁਫਤ ਆ, ਕੋਈ ਮੈਡੀਕਲਾਂ ਦੇ ਡੋਬ ਦੇ ਪੈਸੇ ਇਕੱਠੇ ਹੁੰਦੇ ਆ, ਉਹ ਇਹਨਾਂ ਜਮ੍ਹਾਂ ਕਰਵਾ ਲਏ। ਹੁਣ ਇਹ ਨਹੀਂ ਦੱਸਿਆ ਵੀ ਖਰਚਣੇ ਕਿੱਦਾਂ। ਹੁਣ ਜਿਹੜਾ ਕੋਈ ਹਸਪਤਾਲਾਂ ਨੂੰ ਸਮਾਨ ਨਹੀਂ ਦੇਣ ਡਿਆ, ਉਹ ਆਂਦੇ ਹੀ ਪਤਾ ਨਹੀਂ ਪੈਸੇ ਮਿਲਣੇ ਕਿ ਨਹੀਂ ਮਿਲਣੇ। ਫਿਰ ਸਭ ਤੋਂ ਵੱਡੀ ਗੱਲ, ਜ਼ਿਲ੍ਹੇ ਦਾ ਨੰਬਰ 1 ਹਸਪਤਾਲ ਹੋਵੇ। ਸਿਹਤ ਮੰਤਰੀ ਸਾਹਿਬ ਤੇ ਸੈਕਟਰੀ ਸਾਹਿਬ ਧਿਆਨ ਨਾਲ ਸੁਣਿਓ, ਸਿਵਲ ਹਸਪਤਾਲ ਅੰਮ੍ਰਿਤਸਰ 'ਚ ਕੋਈ ਮੈਡੀਕਲ ਸਪੈਸ਼ਲਿਸਟ ਨਹੀਂ ਹੈਗਾ ਪਰਮਾਨੈਂਟ। 3-3 ਦਿਨ ਵਾਸਤੇ ਉਹ ਲਾਏ ਗਏ ਆ ਅਜਨਾਲੇ ਤੋਂ। ਇੱਕ ਨੇ ਅਜਨਾਲੇ ਤੋਂ ਡਿਊਟੀ ਕੈਂਸਲ ਕਰਾ ਲਈ ਦਾ ਜ਼ੋਰ ਪਿਆ, ਉਹਨੇ ਰਮਾਨਾ ਵਾਲੇ ਦਾ ਲਾਤਾ 3 ਦਿਨ ਵਾਸਤੇ, ਪਤਾ ਨਹੀਂ ਉਹਦਾ ਵੀ ਜ਼ੋਰ ਪੈ ਜੇ ਤੇ ਉਹ ਵੀ ਕੈਂਸਲ ਕਰਾ ਜੇ। ਫਿਰ ਤੁਸੀਂ ਇੱਥੇ ਚੈਸਟ ਸਪੈਸ਼ਲਿਸਟ ਦੀ ਪਰਮਾਨੈਂਟ ਹੈਗਾ, ਉਹਨੂੰ ਤੁਸੀਂ DTO ਦਾ ਚਾਰਜ ਦੇ ਦਿੱਤਾ। ਸਕੈਟਰਿਸਟ ਤੁਹਾਡੇ ਨਹੀਂ ਇੱਥੇ ਹੈਗਾ। ਜ਼ਿਆਦਾਤਰ ਪੈਰਾਮੈਡੀਕਲ ਸਟਾਫ ਜਿਹੜਾ ਡੈਪੂਟੇਸ਼ਨ 'ਤੇ ਹੈਗਾ। ਅਪਥੈਲਮਿਕ ਅਫਸਰ ਕੋਈ ਨਹੀਂ ਹੈਗਾ। LT 'ਚ ਡੈਪੂਟੇਸ਼ਨ 'ਤੇ ਹੈਗੇ। ਫਾਰਮਾਸਿਸਟ 4 ਹੈਗੇ। ਐਡਾ ਵੱਡਾ ਹਸਪਤਾਲ ਹੋਵੇ 200 ਬੈੱਡ ਦਾ,
10 ਚਾਹੀਦੇ ਘੱਟੋ ਘੱਟ। ਪਹਿਲਾਂ ਆਹ ਚੀਜ਼ਾਂ ਤੇ ਪੂਰੀਆਂ ਕਰਦੇ ਹੋ, ਦਵਾਈਆਂ ਦੀ ਤਾਂ ਗੱਲ ਹੀ ਬਾਅਦ ਹੀ ਛੱਡੋ ਨਾ। ਦਵਾਈਆਂ ਕਿੱਥੋਂ ਆਉਣਗੀਆਂ ਇੱਥੇ? ਹੁਣ ਅੱਜ ਜਿਹਦਾ ਰਾਹੁਲ ਗਾਂਧੀ ਜੀ ਆਏ ਆ, ਡਾਕਟਰ BAP ਡਿਊਟੀ ਚਲ ਗਏ, ਇੱਕ ਮੈਡੀਕਲ ਸਪੈਸ਼ਲਿਸਟ ਨਹੀਂ ਉੱਥੇ ਹੈਗਾ। ਮਰੀਜ਼ ਕਿੱਥੇ ਜਾਣ? ਜਿਹੜੇ ਇੰਨੀ ਠੰਡ ਜਾਏ ਆ, ਧੱਕੇ ਖਾਣ। ਉਹ ਜਾਣ ਵਾਪਸ ਧੱਕੇ ਖਾਣ ਰੋਂਡੇ ਸਰਕਾਰ ਨੂੰ। ਉਹਨਾਂ ਨੇ ਕੀ ਉਹਨਾਂ ਕੀ ਕਹਿੰਦੇ ਜਾਈ ਸਿਹਤ ਸਹੂਲਤਾਂ ਦਿੱਲੀ ਵਾਲੀਆਂ ਦੇਣੀਆਂ, ਕਿੱਥੋਂ ਦਿਓਗੇ? ਕਿ ਜੀ ਡਾਕਟਰ ਤੇ ਪੂਰੇ ਲਾਓ। ਦੇਖੋ ਕਿ ਜੀ ਇਹ ਸਰਕਾਰ ਦਾ ਵੀ ਨਾ ਕਿਤੇ ਲੱਗਦਾ ਦੋਹਰਾ ਮਾਪਦੰਡ ਹੈ। ਦੇਖੋ ਨਾ, ਵਿਜੇ ਸਿੰਗਲਾ ਨੂੰ ਤੇ ਫਟਾਫਟ ਬਰਖਾਸਤ ਕਰਤਾ, ਫੜਾ ਵੀ ਦਿੱਤਾ। ਫੌਜਾ ਸਿੰਘ ਸਰਾਰੀ ਦੇ ਉੱਤੇ ਤੁਸੀਂ ਐਕਸ਼ਨ ਲੈਂਦੇ ਆ, 3 ਮਹੀਨੇ ਲਾਤੇ। ਲੋਕ ਵੀ ਸਵਾਲ ਕਰਦੇ ਨੇ ਨਾ ਵੀ ਤੁਸੀਂ ਦੇਖੋ ਜਿਹਦੀ ਆਡੀਓ ਵਾਇਰਲ ਹੋਈ, ਸਾਰਾ ਕੁਝ ਹੋਇਆ, ਵੀ ਤੁਹਾਡੇ ਦੋਹਰੇ ਮਾਪਦੰਡ ਆ। ਇਦਾਂ ਹੀ ਇਹਨਾਂ ਦੀ ਅਟੜ ਇਮਾਨਦਾਰ ਸਰਕਾਰ ਦਾ ਇੱਕ ਜੇਲ੍ਹ ਮੰਤਰੀ ਦਿੱਲੀ ਦੀ ਤਿਹਾੜ ਜੇਲ੍ਹ 'ਚ ਮੰਨਦਾ ਵੀ ਸਾਰੀਆਂ ਸੁਵਿਧਾਵਾਂ ਲੈਂਦਾ, ਵੀ ਤੁਹਾਡਾ ਕਥਨੀ ਤੇ ਕਰਨੀ 'ਚ ਕਿੰਨਾ ਫਰਕ ਹੈ? ਬਹੁਤ ਫਰਕ ਹੈ। ਇਸ ਕਰਕੇ ਕੋਈ ਦਵਾਈਆਂ ਦਾ ਨਹੀਂ। ਜੇ ਹਸਪਤਾਲ ਵੇਖੋ, ਸਰਕਾਰੀ ਆਪਰੇਸ਼ਨ ਦੀ ਫੀਸ ਲੈ ਲੈਂਦੇ ਸੀ। ਕੋਈ ਮਾਈ ਦਾ ਹਾਲ ਦੱਸਦੇ ਸਾਰੇ ਪੰਜਾਬ 'ਚ ਵੀ ਆਪਰੇਸ਼ਨ ਉਹਨੇ ਫ੍ਰੀ ਕਰਾਇਆ, ਮੈਨੂੰ ਦਵਾਈ ਨਹੀਂ ਬਾਹਰੋਂ ਲਿਆਣੀ ਪਈ, ਪੈਸੇ ਲੈਂਦੇ ਸਾਰੇ। ਇੱਕ ਬੰਦਾ ਦੱਸਦੇ ਤੁਸੀਂ ਕਹਿੰਦੇ ਹਸਪਤਾਲਾਂ 'ਚ ਮੁਫਤ ਇਲਾਜ ਦੇ ਰਹੇ ਅਸੀਂ। ਐਂਬੂਲੈਂਸਾਂ ਮਿੰਟ ਤੇ ਐਂਬੂਲੈਂਸਾਂ ਤੇ ਡਰਾਈਵਰ ਹੀ ਨਹੀਂ। ਅਬੇ ਕਿ ਜੀ ਦੇਖੋ ਨਾ, ਇਹ ਗੱਲ ਤਾਂ ਤੁਹਾਡੀ ਠੀਕ ਹੈ ਵੀ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ। ਲੋਕ ਇਹਨਾਂ ਨੂੰ ਪੁੱਛਣ, ਇਹਨਾਂ ਨੂੰ ਹਾਰ ਪਾਣੇ ਬੰਦ ਕਰਨ। ਹੁਣ ਇੱਕ ਤਾਂ ਪਤਾ ਨਹੀਂ ਕਿਉਂ ਸਾਡੀ ਮਾਨਸਿਕਤਾ ਹਜੇ ਵੀ ਉਦਾਂ ਦੀ ਹੋਈ ਹੈ, ਗੁਲਾਮੀ ਵਾਲੇ ਪਾਸੇ। ਬਈ ਐ ਇਹਨਾਂ ਦੇ ਸਾਹਮਣੇ ਜਾ ਕੇ ਮੰਤਰੀਆਂ ਦਾ ਤਾਂ ਗੋਡੇ ਹੱਥ ਲਾਈ ਜਾਂਦੇ, ਪੈਰੀ ਪਈ ਜਾਂਦੇ। ਮੰਤਰੀ ਨੇ ਇੱਕ ਵਾਰੀ ਜੱਫੀ 'ਚ ਲੈ ਲਿਆ ਨਾ, 4 ਦਿਨ ਨਹਾਉਂਦੇ ਹੀ ਨਹੀਂ ਯਾਰ। ਮੰਤਰੀ ਨੇ ਮੈਨੂੰ ਜੱਫੀ 'ਚ ਲਿਆ। ਇਹ ਵੀ ਨਾ ਦੇਖੋ, ਜਦੋਂ ਅਸੀਂ ਮੰਤਰੀ ਕੋਲ ਜਾਣੇ ਨਾ ਤੇ ਐ ਜਦੋਂ ਹਿਪਨੋਟਾਈਜ਼ ਨਹੀਂ ਹੋ ਜਾਂਦਾ ਬੰਦਾ, ਵੀ ਪਤਾ ਨਹੀਂ ਯਾਰ ਇਹ ਮੈਨੂੰ ਕੀ ਖੁਦਰਾਬੀ ਮਿਲ ਗਿਆ, ਸਾਖਸ਼ਾਤ ਰੱਬ ਦੇ ਦਰਸ਼ਨ ਹੋ ਗਏ। ਰੱਬ ਹੀ ਹੁੰਦੇ ਜੀ, ਇਹ ਧਰਤੀ ਤੇ ਰੱਬ ਆ। ਉਹ ਰੱਬ ਨੇ ਮਗਰੋਂ ਆਣਾ ਜੇ। ਇਹਨਾਂ ਦੀ ਲਾਠੀ ਪਹਿਲਾਂ ਵੱਜਦੀ ਆ। ਜਦੋਂ ਕਹਿੰਦੇ ਆਓ ਭੰਡਾਰੀ ਸਾਹਿਬ ਚਾਹ ਪੀਏ, ਭੰਡਾਰੀ ਸਾਹਿਬ ਨੇ ਕੁਛ ਹੋਣਾ, ਚੱਲ ਛੱਡ ਯਾਰ ਕੀ ਲਾਣੀ ਇਹਦੇ ਖਿਲਾਫ। ਦੇਖੋ ਕਿ ਜੀ ਸਾਲਾ ਕੰਮ ਦੇਖੋ, ਅਸੀਂ ਤੇ ਜੋ ਵੀ ਹੈ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣੀ ਆ। ਵੀ ਤੁਸੀਂ ਮੁਫਤਖੋਰੀ ਦੀਆਂ ਉਹਨਾਂ ਦੇ ਪਿੱਛੇ ਨਾ ਭੱਜੋ। ਦੇਸ਼ ਤੇ ਸਰਕਾਰ ਜਿਹੜਾ, ਇਹ ਦੇਸ਼ ਤੁਹਾਡਾ ਹੈ, ਤੁਹਾਡੀ ਬਣਾਈ ਸਰਕਾਰ ਹੈ। ਜੇ ਤੁਹਾਨੂੰ ਹੀ ਇਹ ਜਵਾਬ ਨਹੀਂ ਦਿੰਦੇ, ਤੁਹਾਡਾ ਹੀ ਲਹੂ ਚੂਸ ਕੇ ਇਹਨਾਂ ਨੇ ਕੀ ਨਹੀਂ ਬਣਾਇਆ, ਇਹ ਕਹਿਣ ਦੀ ਲੋੜ ਨਹੀਂ ਹੈ। ਜੇ ਕਮਿਸ਼ਨ ਬੈਠ ਜਾਵੇ ਤੇ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਅਗਲੀ ਖਬਰ ਲਵਾਂਗੇ ਕਿ ਜੀ ਇੱਕ DSP ਨੇ, ਜਿਹੜੇ ਕਿ ਡਿਪਟੀ ਜੇਲ੍ਹ ਸੁਪਰਡੈਂਟ ਸੀਗੇ, ਉਹ ਆਪਣੀ ਪਤਨੀ ਜਿਹੜੀ ਕਿ ਉਹ ਕਹਿੰਦੇ ਵੀ ਆਪਣੇ ਆਪ ਨੂੰ ਜਾਲੀ ਜੱਜ ਕਹਿੰਦੀ ਸੀ, ਪੁਲਿਸ ਨੇ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ। ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਪੈਸਾ ਕਿੰਨਾ ਚਾਹੀਦਾ। ਵੀ ਇੱਕ DSP ਦਾ, ਡਿਪਟੀ ਸੁਪਰਡੈਂਟ ਆਫ ਪੁਲਿਸ, ਉਹਦਾ ਇੱਕ ਸਮਾਜ 'ਚ ਰੁਤਬਾ ਹੁੰਦਾ ਹੈ। ਜੀ ਸਰਕਾਰ ਚੰਗੀ ਤਨਖਾਹ ਦਿੰਦੀ ਹੈ, ਅੱਗੇ ਪਿੱਛੇ ਗਨਮੈਨ, ਨੌਕਰ ਚਾਕਰ, ਕਿਹੜੀ ਸੁਵਿਧਾਵਾਂ ਨਹੀਂ ਮਿਲਦੀ। ਵੀ ਤੁਸੀਂ ਇਹ ਕਿਹੜੇ ਚੱਕਰ 'ਚ ਪੈ ਗਏ? ਵੇਖੋ, ਬੰਦੇ ਦੀ ਲਾਲਚ ਦੀ ਸੀਮਾ ਕੋਈ ਨਹੀਂ। ਜ਼ਿਆਦਾ ਤੇ ਖੋਹਾਂ ਜਾਂ ਲੁੱਟਾਂ ਖੋਹਾਂ ਦੀਆਂ ਹੀ ਕਹਿੰਦੇ ਯਾਰ ਪੜ੍ਹਿਆ ਲਿਖਿਆ ਹੀ ਬੇਰੋਜ਼ਗਾਰ ਹੀ, ਉਹਨੇ ਬੇਰੋਜ਼ਗਾਰੀ ਤੋਂ ਤੰਗ ਹੋ ਕੇ ਠੱਗੀ ਮਾਰਨੀ ਸ਼ੁਰੂ ਕਰਤੀ ਜੀ। ਉਹ ਇਹ ਤੇ ਹੁਣ ਡਿਪਟੀ ਸੁਪਰਡੈਂਟ ਜੇਲ੍ਹ ਲੱਗਾ। ਫਿਰ ਵੇਖੋ ਕਿੱਡੀ ਮੱਤ ਮਾਰੀ ਜਿਹੜੀ ਇਹਦੇ ਨਾਲ ਦੀ ਆ, ਜਿਹਨੂੰ ਇਹਨੇ ਘਰ ਵਾਲੀ ਦੂਜਾ ਵਿਆਹ ਕੀਤਾ ਦੀਪ ਕਿਰਨ ਕੋਲ। ਦੋਵੇਂ ਪਹਿਲਾਂ ਹੀ ਸ਼ਾਦੀशुदा ਸੀ ਤੇ ਦੋਵਾਂ ਦੀ ਮੱਤ ਮਾਰੀ ਗਈ ਜੀ। ਦੀਪ ਕਿਰਨ ਦੱਸਦੇ ਲਾ ਕੀਤੀ ਇਹਨੇ ਸਟੱਡੀ ਜੀ। ਇਹ DSP ਸਾਹਿਬ ਇਸ ਟਾਈਮ ਮਾਨਸਾ ਜੇਲ੍ਹ ਦੇ ਵਿੱਚ ਤੈਨਾਤ ਹੈਗੇ ਆ ਜੀ। ਇਹ ਜਦੋਂ ਲੁਧਿਆਣੇ ਜੇਲ੍ਹ 'ਚ ਤੈਨਾਤ ਸੀ ਨਾ, ਇਹ ਕਿਸੇ ਆਪਣੇ ਬੰਦਾ ਕੋਈ ਰੈਸਟ ਸੀ ਉੱਥੇ, ਕਿਸੇ ਕੇਸ 'ਚ ਉਹਨੂੰ ਮਿਲਣ ਜਾਂਦੀ ਹੁੰਦੀ ਸੀ। ਅੱਛਾ, ਉੱਥੋਂ ਇਹਨਾਂ ਦਾ ਯਾਰਨਾ ਪੈ ਗਿਆ, ਦੋਸਤੀ ਪੈ ਗਈ। ਉਹਨੇ ਆਪਣੇ ਘਰ ਵਾਲੇ ਛੱਡਦਾ, ਇਹਨੇ ਆਪਣੇ ਛੱਡ ਕੇ ਦੋਵਾਂ ਵਿਆਹ ਕਰ ਲਿਆ। ਪਰ ਦੱਸਿਆ ਜਾਂਦਾ ਵੀ ਦੀਪ ਕਿਰਨ ਅਜੇ ਵੀ ਆਪਣੇ ਪਹਿਲੇ ਪਤੀ ਕੋਲ ਵੀ ਰਹਿੰਦੀ ਆ ਤੇ ਕਪੂਰਥਲੇ ਨਾਲ ਮੰਦਾ 'ਚ ਵਿਆਹ ਰਚਾ ਲਿਆ। ਅੱਛਾ, ਇਹ ਕੀ ਕਰਦੇ ਸੀ, ਬੰਦੇ ਘੇਰਦੇ ਸੀ ਉਹਨੂੰ, ਕਹਿੰਦੇ ਤੁਹਾਨੂੰ ਪੁਲਿਸ 'ਚ ਭਰਤੀ ਕਰ ਦਿਆਂਗੇ। ਪਹਿਲਾਂ ਤੇ ਵਕੀਲ ਸੀ, ਜਦੋਂ ਨੇ DSP ਨਾਲ ਵਿਆਹ ਕਰਾ ਲਿਆ ਦੀ ਪ੍ਰਮੋਸ਼ਨ ਹੋ ਗਈ, ਇਹਨੇ ਆਪਣੇ ਆਪ ਨੂੰ ਜੱਜ ਦੱਸਣਾ ਸ਼ੁਰੂ ਕਰਤਾ ਜੀ। ਮੈਂ ਜੱਜ ਹੈਗੀ ਆ, DSP ਦੀ ਘਰ ਦੀ ਗੈਸਟ ਅਫਸਰ ਦੀ, ਤੇ ਜੱਜ ਤੇ ਚਾਹੀਦਾ ਨਾ, ਵਕੀਲ ਨਾਲ ਗੱਲ ਨਹੀਂ ਬਣਦੀ ਜੀ। ਇਹਨਾਂ ਆਪਣੇ ਆਂਦੀ ਵੀ ਮੈਂ ਹੁਣ ਜੱਜ ਹੈਗੀ ਆ। ਵੇਖੋ ਜਦੋਂ ਅਸਲੀ ਵਕੀਲਾਂ ਨੂੰ ਪਤਾ ਲੱਗੂ ਤੇ ਉਹ ਕੀ ਹਾਲ ਕਰਨਗੇ ਇਹਦਾ। ਤੇ ਇਹਨਾਂ ਨੇ ਬੰਦਿਆਂ ਨੇ ਚੋਹਾਂ ਨੇ ਦਰਖਾਸਤ ਦੇ ਦਿੱਤੀ। 2 ਪ੍ਰਾਈਵੇਟ ਬੰਦੇ ਸੀ ਇਹਨਾਂ ਨਾਲ, ਇੱਕ ਸਾਹਨੇਵਾਲ ਦਾ ਸੁਖਦੇਵ ਸਿੰਘ ਸੀ, ਇੱਕ ਮੰਡੀ ਗਵਿੰਡ ਦਾ ਲਖਵਿੰਦਰ ਸਿੰਘ, ਜਿਹੜੇ ਗਾਹ ਘੇਰ ਕੇ ਲਿਆਂਦੇ ਸੀ ਜੀ। 4 ਬੰਦਿਆਂ ਕੋਲ ਇਹਨਾਂ ਲੈ ਲਿਆ 8-8 ਲੱਖ ਰੁਪਈਆ ਵੀ ਤੁਹਾਨੂੰ ਅਸੀਂ ਸਿਪਾਹੀ ਭਰਤੀ ਕਰਨਾ। ਇੱਕ ਲੜਕੀ ਕੋਲ ਲੈ ਲਿਆ 11 ਲੱਖ ਰੁਪਈਆ ਵੀ ਤੈਨੂੰ ਸਬ ਇੰਸਪੈਕਟਰ ਕਰ ਦੇਣਾ ਜੀ। ਹੁਣ ਜਦੋਂ ਇਹ ਫੜੀ ਗਈ ਦੀਪ ਕਿਰਨ ਕੌਰ, ਤੇ ਇਹਦੀ ਜੋ 2 ਵਰਦੀਆਂ ਤੇ ਮਿਲੀਆਂ ਸਿਪਾਹੀ ਦੀਆਂ, ਇੱਕ ਮਿਲੀ ਸਬ ਇੰਸਪੈਕਟਰ ਦੀ, ਜਿਹਦੇ ਤੇ ਨਾਂ ਇੱਕ ਨੇਮ ਪਲੇਟ ਵੀ ਲੱਗੀ ਸ਼੍ਰੇਆ ਕਪੂਰ ਦੀ ਜੀ। 2 ਕਾਰਾਂ ਮਿਲ ਗਈਆਂ ਇਹਨਾਂ ਕੋਲੋਂ, ਇੱਕ ਸਵਿਫਟ ਕਾਰ ਆ ਤੇ ਇੱਕ ਫਾਰਚੂਨਰ ਜੀ। 2 ਗੱਡੀਆਂ ਮਿਲ ਗਈਆਂ, 1 ਲੱਖ ਰੁਪਈਆ ਕੈਸ਼ ਵੀ ਮਿਲ ਗਿਆ ਜੀ। ਇਹ ਹੁਣ ਕਹਿੰਦੀ ਇਹ ਕੰਮਾਂ 'ਚ ਮੇਰੇ ਨਾਲ ਮੇਰਾ ਘਰ ਵਾਲਾ ਵੀ ਰਲਿਆ ਸੀ, ਅਸੀਂ ਦੋਵੇਂ ਰਲ ਕੇ ਕਰਦੇ ਹਾਂ ਜੀ। ਹੁਣ ਤੁਸੀਂ ਵੇਖੋ ਵੀ ਜਦੋਂ ਜਿਨ੍ਹਾਂ ਲੋਕਾਂ ਨੇ ਕਾਨੂੰਨ ਦੀ ਪਾਲਣਾ ਕਰਾਣੀ ਆ, ਇਹ ਲੋਕ ਹੀ ਕਾਨੂੰਨ ਦੀਆਂ ਧੱਜੀਆਂ ਡਾ ਕੇ ਤੇ ਠੱਗੀਆਂ ਮਾਰਨ ਲੱਗ ਪਣਗੇ ਲੋਕਾਂ ਨਾਲ। ਤੇ ਆਮ ਲੋਕ ਕੀ ਕਰਨਗੇ? ਫਰਜ਼ੀ ਪਛਾਣ ਪੱਤਰ ਵੀ ਮਿਲੇ 2, ਜਿਹੜੇ ਲੋਕਾਂ ਨੂੰ ਦੇ ਦਿੰਦੇ ਸੀ ਨਾ ਫਰਜ਼ੀ ਲੈਟਰ ਵੀ ਤੁਹਾਨੂੰ ਭਰਤੀ ਕਰਤਾ, ਕਹਿੰਦੇ ਲੈਟਰ ਪੈਡ ਵੀ ਮਿਲਿਆ, ਕੋਈ ਲੈਟਰ ਪੈਡ ਵੀ ਮਿਲ ਗਏ ਆ। ਮੰਦਭਾਗੀ ਗੱਲ ਆ। ਤੇ ਉੱਥੇ ਕਮਿਸ਼ਨਰ ਸਾਹਿਬ ਤੁਹਾਨੂੰ ਪਤਾ ਬੜੇ ਸਖਤ ਆ, ਮਨਦੀਪ ਸਿੰਘ, ਇੱਥੇ ਆਪਣੇ DSP ਵੀ ਰਹੇ ਹੋਏ ਆ। ਉਹਨਾਂ ਨੇ ਫਿਰ ਪਾਤਾ ਕੜਕੀ ਇਹਨਾਂ ਨੂੰ,
ਹੁਣ ਦੋਵੇਂ ਜੀ ਅੰਦਰ ਹੋ ਗਏ ਤੇ ਜਿਹੜੇ ਪ੍ਰਾਈਵੇਟ ਬੰਦੇ ਭਗੌੜੇ ਆ, ਬਹੁਤ ਮੰਦਭਾਗੀ ਗੱਲ ਆ। ਉਹਦੇ ਤੇ ਜੀ ਇਹ ਦੇਖੋ ਬੜਾ ਵੱਡਾ ਲਾਲਚ ਦੀ ਕੋਈ ਸੀਮਾ ਨਹੀਂ। ਹੁਣ ਕੱਲ ਨੂੰ ਇਹਦੇ ਡੀਐਸਪੀ ਵੀ ਜਿਹੜੇ ਆ ਜੇਲ੍ਹ ਪੁਲਿਸ ਵਾਲੇ ਵੀ ਹੜਤਾਲ ਤੇ ਚੱਲ ਜਾਣਗੇ ਵੀ ਸਾਡਾ ਡੀਐਸਪੀ ਫੜ ਲਿਆ ਜੀ। ਨਹੀਂ ਇਦਾਂ ਤੇ ਫਿਰ ਡਾਕਟਰ ਡੀਐਸਪੀ ਕਿਤੇ ਫੜਿਆ ਕੁਝ ਨਹੀਂ ਗਿਆ। ਇਦਾਂ ਤੇ ਇੱਕ ਡਾਕਟਰ ਫੜਿਆ ਗਿਆ ਸੀ ਦੀ ਵੀਡੀਓ ਆਡੀਓ ਵਾਇਰਲ ਹੋਈ ਸੀ ਵੀ ਉਹ ਪੈਸੇ ਮੰਗਦਾ ਸੀ ਆਪਰੇਸ਼ਨ ਦੇ, ਫਿਰ ਉਹ ਵੀ ਹੜਤਾਲ ਤੇ ਚੱਲ ਜਾਣਗੇ ਵੀ ਤੇ ਕੰਮ ਹੀ ਸੌਖਾ ਹੈ। ਫੂਡ ਸਪਲਾਈ ਵਾਲੇ ਫੜੋ, ਫੂਡ ਸਪਲਾਈ ਹੜਤਾਲ ਤੇ, ਜਿੱਦਾਂ ਐਕਸਾਈਜ਼ ਵਾਲੇ ਫੜੋ, ਐਕਸਾਈਜ਼ ਵਾਲੇ ਹੜਤਾਲ ਤੇ, ਰੈਵਨਿਊ ਵਾਲੇ ਫੜੋ, ਰੈਵਨਿਊ ਵਾਲੇ ਹੜਤਾਲ ਤੇ, ਪੀਸੀਐਸ ਫੜ ਲਓ, ਪੀਸੀਐਸ ਹੜਤਾਲ ਤੇ, ਆਈਐਸ ਤੇ ਪਰਚਾ ਦੇ ਦਿਓ, ਆਈਐਸ ਹੜਤਾਲ ਤੇ। ਕਰਨ ਤੇ ਆਮ ਬੰਦਾ ਕੀ ਕਰੇ ਜਿਹੜਾ ਜਾਮ 'ਚ ਵਿਚਾਰਾ ਫਸਿਆ ਰਹਿੰਦਾ ਹੈ? ਮੈਂ ਕਹਿੰਦਾ ਜੀ ਹਰ ਬੰਨੇ ਫੈਸਲਾ ਦਾ ਵੇਖੋ ਨਾ, ਇਹਨਾਂ ਨੇ ਰਿਕੋ ਬ੍ਰਿਜ ਬੰਦ ਕਰਤਾ, ਉਹ ਤੇ 4 ਵੀਲਰ ਬੰਦ ਕਰਤੇ ਆ। ਤੁਸੀਂ ਚਾਹੀਦਾ ਹੈਵੀ ਗੱਡੀਆਂ ਬੰਦ ਕਰੋ, ਟਰਾਲੀਆਂ ਨਾ ਆ ਜਾਣ, ਟਰੱਕ ਨਾ ਆ ਜਾਣ, ਬੱਸਾਂ ਨਾ ਆ ਜਾਣ। ਜਿਹੜਾ ਸ਼ਹਿਰ ਨੂੰ ਜੋੜਨ ਵਾਲਾ ਇੱਕੋ ਹੀ ਰਸਤਾ, ਜੇ ਤੁਸੀਂ ਉਹੋ ਹੀ ਬੰਦ ਕਰਤਾ। ਹੁਣ ਅੱਜ ਮੈਂ ਭੰਡਾਰੀ ਪੁਲ ਤਾਂ ਨਹੀਂ ਲੰਘਿਆ, 15 ਮਿੰਟ ਲੱਗੇ ਮੈਨੂੰ ਭੰਡਾਰੀ ਪੁਲ ਤੋਂ ਲੰਘਦੇ। ਹੁਣ ਸਾਰੀ ਟ੍ਰੈਫਿਕ ਜਿਹੜੀ ਡਿਵਰਟ ਹੋ ਗਈ ਭੰਡਾਰੀ ਪੁਲ ਨੂੰ ਹੋ ਗਈ। ਉਹ ਗੱਲ ਫੇਰ ਨਾ ਵੀ ਇਹ ਰਾਜੇ ਆ, ਇਹ ਰੱਬ ਆ, ਇਹਨਾਂ ਨੂੰ ਕੀ ਜਨਤਾ ਜਿਹੜਾ ਖਾਲਸਾ ਕਾਲਜ ਵਾਲਾ ਪੁਲ ਆ ਇਸਲਾਮਾਬਾਦ, ਉਹ ਤੁਹਾਡੇ ਕੋਲ ਚਾਲੂ ਨਹੀਂ ਹੋਣ ਡਿਆ, ਜਿਹੜਾ ਬਣਿਆ ਪਿਆ। ਨਹੀਂ ਬਣਿਆ, ਤੁਸੀਂ ਬੰਦ ਕਰਤਾ ਜੇ, 2 ਮਹੀਨੇ ਹੋਰ ਚਲਾ ਦਿਓ, ਉਹਨੂੰ ਚਾਲੂ ਕਰ ਲਿਓ, ਫਿਰ ਬੰਦ ਕਰ ਦਿਓ। ਅਬ ਜੇ 20 ਸਾਲ ਲਈ ਤੁਸੀਂ ਬੰਦ ਕੀਤਾ ਤੇ 2 ਮਹੀਨੇ ਹੋਰ ਬੰਦ ਕਰਤਾ, ਰਿਪੇਅਰ ਕਰੋ। ਅਬੇ ਦੇਖੋ ਕੁੱਲ ਮਿਲਾ ਕੇ ਹੈਗਾ ਕਿ ਗੱਲ ਤੇ ਫਿਰ ਉਹ ਆ ਜਾਂਦੀ ਵੀ ਜਨਤਾ ਨੂੰ ਹੀ ਜਾਗਰੂਕ ਹੋਣਾ ਪਏਗਾ। ਤੁਹਾਡੇ ਦਿੱਤੇ ਟੈਕਸ ਤੇ ਐਸ਼ ਕਰਦੇ ਨੇ, ਤੁਹਾਡੇ ਟੈਕਸ ਦੇ ਦਿੱਤੇ ਦੇ ਪੈਸੇ ਇਹਨਾਂ ਨੂੰ ਤਨਖਾਹਾਂ ਮਿਲਦੀਆਂ, ਤੇ ਫਿਰ ਇਹਨਾਂ ਦੀਆਂ ਇੰਨੀਆਂ ਕੋਠੀਆਂ, ਇੰਨੀਆਂ ਜਾਇਦਾਦਾਂ ਕਿੱਦਾਂ ਬਣ ਜਾਂਦੀਆਂ, ਸਮਝ ਤੋਂ ਪਰੇ ਹੈ। ਕਿ ਜੀ ਇੱਕ ਮੰਦਭਾਗੀ ਘਟਨਾ ਹੁੰਦੀ ਹੈ। ਕੱਲ ਦੇਖੋ ਨਾ, ਇੱਕ ਸਿਪਾਹੀ ਸ਼ਹੀਦ ਹੋ ਗਿਆ ਫਗਵਾੜਾ ਦੇ ਵਿੱਚ, ਗੈਂਗਸਟਰਾਂ ਦੇ ਨਾਲ ਮੁੱਠਭੇੜ ਹੁੰਦੀ ਹੈ। ਦੇਖੋ ਇਹ ਵੀ ਆਰੋਪ ਲੱਗੇ ਬਹੁਤ ਸਾਰੇ, ਕਈ ਵਾਰੀ ਪੁਲਿਸ ਵਾਲਿਆਂ ਤੇ ਵੀ ਗੈਂਗਸਟਰਾਂ ਨੂੰ ਇਹ ਸੰਰਕਸ਼ਣ ਦਿੰਦੇ ਸੀ ਵੀ ਕੀ ਹੁਣ ਉਹਨਾਂ ਲਈ ਵੀ ਇੱਕ ਨਾ ਸੰਕੇਤ ਹੈ ਵੀ ਯਾਰ ਤੁਸੀਂ ਹਟ ਜਾਓ, ਵੀ ਇਹਨਾਂ ਨੂੰ ਤੁਹਾਨੂੰ ਜਿਹੜੇ ਸਿਸਟਮੈਟਿਕਲੀ ਜਿਹੜੀ ਕਰਪਸ਼ਨ ਹੈ ਜਾਂ ਪੈਸੇ ਹੈ, ਸਰਕਾਰ ਵੈਸੇ ਤਾਂ ਬਹੁਤ ਤਨਖਾਹ ਦਿੰਦੀ ਹੈ ਵੀ ਤੁਹਾਨੂੰ ਲੋੜ ਹੀ ਨਹੀਂ ਹੈ ਗਲਤ ਕੰਮ ਕਰਨ ਦੀ, ਤੇ ਯਾਰ ਇਹ ਹੁਣ ਜਿਹੜੀ ਹੈ ਇਹ ਕੀ ਹੈ ਪੂਰਾ ਮਾਮਲਾ? ਵੇਖੋ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੀ ਚਰਮਰਾਈ ਆ, ਡੀਜੀਪੀ ਗੌਰਵ ਯਾਦਵ ਜੀ ਅਣਥੱਕ ਮਿਹਨਤ ਕਰ ਰਹੇ ਆ ਜੀ, ਭੱਜ ਫੀਲਡ 'ਚ ਜਾ ਰਹੇ ਆ, ਪੁਲਿਸ ਨੂੰ ਮੋਬਿਲਾਈਜ਼ ਕਰ ਰਹੇ ਆ। ਫਰੋਤੀਆਂ ਦੇ ਕੇਸ ਤੇ ਘਟੇ ਕਾਫੀ ਜੀ, ਫਰੋਤੀਆਂ ਦੇ ਘਟੇ ਆ। ਅੱਗੇ ਨਾਲ ਬਹੁਤ ਲੜਾਈ ਝਗੜੇ ਜੇ ਵਧਣ ਡੇ ਆ, ਲਾਇਸੈਂਸ ਇਹਨਾਂ ਬੰਦ ਕੀਤੇ ਆ। ਹੁਣ ਇਹ ਘਟਨਾ ਹੈਗੀ ਆ ਕਪੂਰਥਲਾ ਜ਼ਿਲ੍ਹੇ ਦੀ ਜੀ, ਫਗਵਾੜਾ 'ਚ ਨਾ ਰਵੀਵਾਰ ਰਾਤ ਨੂੰ ਇੱਕ ਵਪਾਰੀ ਕੋ ਕਰੇਟਾ ਕਾਰ ਖੋਲ੍ਹਣ ਦੇ ਬੰਦੇ ਜੀ, ਐਤਵਾਰ ਰਾਤ 4 ਬੰਦੇ ਐਤਵਾਰ ਰਾਤ, ਉਹ ਵਪਾਰੀ ਪੁਲਿਸ ਨੂੰ ਇਤਲਾਹ ਦਿੰਦਾ। ਉਹਦੀ ਕਾਰ 'ਚ GPS ਸਿਸਟਮ ਲੱਗਾ ਹੁੰਦਾ ਜੀ, ਜਿਹੜੇ ਇਹਨਾਂ ਨੂੰ ਨਹੀਂ ਪਤਾ ਗੈਂਗਸਟਰਾਂ ਨੂੰ ਵੀ GPS ਸਿਸਟਮ ਲੱਗਾ। ਉੱਥੇ SHO ਹੀ ਅਮਨਦੀਪ ਨਾਰ, ਉਹ ਤੇ ਨਾਲ 2 ਗਨਮੈਨ ਲੈ ਕੇ ਕਾਰ ਦਾ ਪਿੱਛਾ ਕਰਦੇ ਆ ਤੇ ਕਾਰ ਨੂੰ ਰੋਕ ਲੈਂਦੇ ਆ ਜੀ। ਜਦੋਂ ਕਾਰ ਨੂੰ ਖਿਲਾਰਦੇ ਆ ਤੇ ਗੈਂਗਸਟਰ ਜਿਹੜੇ ਆ ਗੋਲੀ ਚਲਾ ਦਿੰਦੇ ਆ, ਜਿਹ 'ਚ ਇੱਕ ਕਾਂਸਟੇਬਲ ਆ ਕੁਲਦੀਪ ਸਿੰਘ ਬਾਜਵਾ ਜੀ, ਉਹ ਸ਼ਹੀਦ ਹੋ ਜਾਂਦੇ ਆ ਜੀ। ਯੰਗ ਲੜਕਾ ਸੀ, ਉਹਦੇ ਫਾਦਰ ਦੀ 2016 ਦੇ ਵਿੱਚ ਡੈਥ ਹੋ ਗਈ ਕਪੂਰਥਲੇ 'ਚ, ਉਹਦੀ ਥਾਂ ਤੇ ਨੌਕਰੀ ਮਿਲੀ 2017 'ਚ ਜੀ। ਤੇ ਕੱਲ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਦੇ ਵਿੱਚ ਉਹਨਾਂ ਦਾ ਪੂਰਾ ਰਾਜਕੀ ਸਨਮਾਨਾਂ ਨਾਲ ਸੰਸਕਾਰ ਹੋ ਜਾਂਦਾ। ਵੇਖੋ ਕਿੱਡੀ ਮਾੜੀ, ਕੱਲਾ ਘਰ ਦਾ ਕਮਾਉਣ ਵਾਲਾ ਪਿਓ ਅੱਗੇ ਨਹੀਂ ਸਿਰ ਤੇ ਉਹਦੇ ਘਰ ਦਾ ਕੀ ਬਣੂ, ਕੀ ਹਾਲ ਹੋਊਗਾ। ਹੁਣ ਇਹਨਾਂ ਗੈਂਗਸਟਰਾਂ ਤੇ ਸ਼ਰਮ ਕੋਈ ਨਹੀਂ, ਤੇ ਇਹਨਾਂ ਗੈਂਗਸਟਰ ਫੜੇ ਗਏ ਆ, 3 ਫਾਸਨ ਫੜੇ ਗਏ ਆ। ਕਿੰਦਾ ਇਹਨਾਂ ਦਾ ਮੁਖੀ ਸੀ। ਇਹ ਬੰਦੇ ਨੇ ਪਹਿਲਾਂ ਵੀ ਇੱਕ ਆਪ ਵਾਲੇ ਹਰੀਆ ਪਿੰਡ ਦੇ ਵਿੱਚ ਗੋਲੀ ਚਲਾਈ ਸੀ 6 ਜਨਵਰੀ ਨੂੰ। ਅਬੇ ਦੇਖੋ ਇਹ ਬੜਾ ਵੱਡਾ ਸਵਾਲ ਹੈ ਕੇਸ ਜੀ। ਦੇਖੋ ਨਾ ਵੀ ਇਹਨਾਂ ਦੇ ਨਸ਼ਈ ਵੀ ਇਹਨਾਂ ਨੂੰ ਹੀ ਅੰਦਰ ਜੇਲ੍ਹਾਂ ਦੇ ਵਿੱਚ ਸਾਰੇ ਮੋਬਾਈਲ ਮੁਹੱਈਆ ਹੋ ਜਾਂਦੇ ਨੇ। ਜੇ ਅੰਦਰ ਜੇਲ੍ਹ 'ਚ ਕੋਈ ਬੈਠਾ ਦਿੰਦਾ ਤੇ ਉਹਨੂੰ ਕੋਈ ਦੇਖੋ ਕੋਈ ਨਾ ਕੋਈ ਅਧਿਕਾਰੀ ਮਿਲਿਆ, ਪੁਲਿਸ ਵਾਲਾ ਮਿਲਿਆ, ਉਹਦੇ ਨਾਲ ਜਾਂ ਕਰਮਚਾਰੀ ਮਿਲਿਆ। ਜਿਹੜੇ ਉਹ ਸਿੱਧੂ ਮੂਸੇਵਾਲ ਦੇ ਹੈਗੇ ਸੀ ਕਾਤਲ, ਉਹਨਾਂ ਨੂੰ ਜਮ ਗੋਇੰਦਵਾਲ ਜੇਲ੍ਹ 'ਚ ਜਮ ਮੋਬਾਈਲ ਫੜਾਤੇ ਗਏ ਸੀ। ਉਹਨਾਂ ਨੂੰ ਦੀਪਕ ਕੀ ਨੂੰ ਭਜਾਤਾ ਗਿਆ। ਜਿਹੜਾ ਇੰਸਪੈਕਟਰ CIA ਸੀ ਪ੍ਰਿਤਪਾਲ ਆਪਣੀ ਕੋਠੀ 'ਚ ਜਾ ਕੇ ਭਜਾ ਦਿੰਦਾ। ਇਦਾਂ ਦੇ ਗੰਦੇ ਬੰਦੇ ਵੀ ਆ ਪੁਲਿਸ 'ਚ ਤੇ ਚੰਗੇ ਬੰਦੇ ਵੀ ਆ, ਪਰ ਹੁਣ ਕੋਸ਼ਿਸ਼ ਕਰਨ ਦੀ ਆ। ਬੜੇ ਨਸ਼ਾ ਫੜਿਆ ਜਾ ਰਿਹਾ ਉਹਨਾਂ ਨੂੰ ਵੀ। ਕੱਲ ਉਹਨਾਂ ਨੇ IG ਸਾਹਿਬ ਨੇ ਦੱਸਿਆ, ਡਾਕਟਰ ਸੁਖਚੈਨ ਸਿੰਘ ਨੇ, ਵੀ ਅਸੀਂ ਕਿੰਨੇ ਬਹੁਤ ਸਾਰੇ ਮਤਲਬ ਬਹੁਤ ਸੋਹਣੀ ਰਿਕਵਰੀ ਚੱਲਣ ਦੀ ਆ, ਪੁਲਿਸ ਦੀ ਵੀ ਚੱਲਣ ਦੀ ਆ। ਪਰ ਅਜੇ ਵੀ ਕਈ ਕਾਲੀਆਂ ਭੇੜਾਂ ਹੈਗੀਆਂ ਜਿਹੜੇ ਪੈਸੇ ਲੈਣੋਂ ਬਾਜ ਨਹੀਂ ਆਉਂਦੀਆਂ, ਗਲਤ ਕੰਮ ਕਰਾ ਰਹੇ ਆ। ਜਿੰਨੇ ਵੀ ਇਹਨਾਂ ਨੂੰ ਇੱਕ DGP ਸਾਹਿਬ ਨੂੰ ਅਪੀਲ ਹੈ ਕਿ CID ਕਰਾਓ ਵੀ ਤੁਹਾਡੇ ਕਿੱਡੇ ਅਫਸਰਾਂ ਦੇ ਗੈਂਗਸਟਰਾਂ ਨਾਲ ਤੇ ਬੁੱਕੀ ਨਾਲ ਸੰਬੰਧ ਹੈਗੇ ਆ। ਉਹਨਾਂ ਦੇ ਕੈਮਰੇ ਲਾਓ, ਵੇਖੋ ਕਿੰਨੇ ਬਹਿ ਕੇ ਉਹਨਾਂ ਨੂੰ ਚਾਹ ਪੀਂਦੇ ਆ। ਵੀ ਉਹਨਾਂ ਕੋਲ ਟਰੈਪ ਹੈ, ਫੋਨ ਸਾਰਾ ਟਰੈਪ ਹੋ ਜਾਵੇ। ਨਾਲੇ ਵੈਸੇ ਇਸ ਕਾਂਸਟੇਬਲ ਦੇ ਪਰਿਵਾਰ ਨੂੰ ਭਗਵੰਤ ਮਾਨ ਸਰਕਾਰ ਨੇ ਕੰਮ ਤਾਂ ਚੰਗਾ ਕੀਤਾ ਜੀ, 2 ਕਰੋੜ ਰੁਪਇਆ ਦੇਣ ਦੀ ਕੋਸ਼ਿਸ਼ ਕੀਤੀ। ਪਰ ਸਵਾਲ ਇਹ ਹੈ ਵੀ ਜਿਹਦਾ ਪਿਓ ਚਲਾ ਗਿਆ, ਜਿਹੜੇ ਬੱਚਿਆਂ ਦਾ, ਜਿਹੜੀ ਔਰਤ ਦਾ ਪਤੀ ਚਲਾ ਗਿਆ, ਉਹਨੇ ਪੈਸਾ ਨਾਲ ਗੱਲ ਤਾਂ ਕਰਨੀ ਨਹੀਂ, ਠੀਕ ਹੈ। ਉਹਨੂੰ ਆਪਣੀ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ। ਇਹ ਉਹਨਾਂ ਅਧਿਕਾਰੀਆਂ ਲਈ ਵੀ ਸੋਚਣ ਨੂੰ ਉਹਨਾਂ ਨੂੰ ਚਾਹੀਦਾ ਵੀ ਜੋ ਹੋ ਗਿਆ ਪਿੱਛੇ
ਉਹਨੂੰ ਛੱਡ ਦਿਓ, ਅੱਗੋਂ ਹੀ ਸਹੁੰ ਖਾ ਲਓ ਵੀ ਅਸੀਂ ਕਿਸੇ ਦੜਾ ਸੱਟਾ ਕਾਰੋਬਾਰੀ ਨੂੰ ਜਾਂ ਕਿਸੇ ਗੈਂਗਸਟਰ ਨੂੰ ਸੰਰਕਸ਼ਣ ਨਹੀਂ ਦੇਣਾ, ਅਸੀਂ ਕਿਸੇ ਗਲਤ ਕੰਮ ਕਰਨ ਦਾ ਜਿਹੜਾ ਉਹਨੂੰ ਕਿਸੇ ਵੀ ਅਪਰਾਧ ਨੂੰ ਪਣਪਣ ਨਹੀਂ ਦੇਣਾ, ਭਾਵੇਂ ਉਹ ਕੋਈ ਵੀ ਜਿਹੜਾ ਲੀਡਰ ਕਹਿੰਦਾ ਹੋਵੇ। ਜੇ ਤੁਹਾਨੂੰ ਮੇਰੀ ਇਹ ਵੀ ਅਪੀਲ ਹੈ ਵੀ ਜੇ ਕੋਈ ਲੀਡਰ ਤੁਹਾਨੂੰ ਗਲਤ ਕੰਮ ਕਰਨ ਨੂੰ ਕਹਿੰਦਾ ਤੇ ਮੀਡੀਆ ਸਾਹਮਣੇ ਆਓ ਨਾ, ਸਾਹਮਣੇ ਦੱਸੋ ਵੀ ਕਿਹੜਾ ਲੀਡਰ ਹੈ ਤੁਹਾਨੂੰ ਗਲਤ ਕੰਮ ਕਰਾਉਂਦਾ। ਵੇਖ ਲਓ ਆਈਐਸ ਕਹਿੰਦੇ ਵੀ ਸਾਡੇ ਕੋਲ ਤੇ ਮੰਤਰੀ ਗਲਤ ਕੰਮ ਕਰਾਉਂਦੇ ਰਹੇ ਆ, ਅਤੇ ਉਹਨਾਂ ਦੇ ਨਾਮ ਦੱਸਣੇ, ਉਹਨਾਂ ਦੇ ਨਾਮ ਵੀ ਦੱਸਣੇ ਚਾਹੀਦੇ ਆ। ਫਿਰ ਕਿਉਂ ਨਹੀਂ ਬੋਲੇ? ਹੁਣ ਦੱਸੋ ਵੀ ਫਲਾਣਾ ਕਰਾਉਂਦਾ। ਮੈਂ ਤੁਹਾਨੂੰ ਕਹਿੰਦਾ ਜਿੱਦਾਂ ਕੋਈ ਜਾਲੀ ਬੱਚਾ ਬੰਦਾ, ਜਿੰਚਰ ਤੱਕ ਹਸਪੀਟਲ ਦਾ ਡਾਕਟਰ ਇਨਵੋਲ ਨਹੀਂ ਹੋਊਗਾ, ਹਸਪੀਟਲ ਦਾ ਸਟਾਫ ਇਨਵੋਲ ਜਾਲੀ ਬੱਚਾ ਨਹੀਂ ਬਣ ਸਕਦਾ। ਹਾਂ ਬਿਲਕੁਲ ਠੀਕ ਗੱਲ ਹੈ। ਇਸ ਕਰਕੇ ਕੋਈ ਗਲਤ ਕੰਮ ਹੁੰਦਾ ਨਹੀਂ ਹੋ ਸਕਦਾ ਜਿੰਚਰ ਉਸ ਮਹਿਕਮੇ ਦਾ ਅਧਿਕਾਰੀ ਨਾਲ ਇਨਵੋਲ ਨਾ ਹੋਵੇ। ਡੀਟੀਓ ਦਫ਼ਤਰ ਟਰੈਕਾਂ 'ਚ ਪੈਸੇ ਨਹੀਂ ਹੋ ਸਕਦੇ ਜੇ ਆਰਟੀਏ ਇਨਵੋਲ ਨਾ ਹੋਵੇ ਤੇ ਐਮਬੀਏ ਪੈਸੇ ਲੈ ਨਹੀਂ ਸਕਦਾ ਜੇ ਆਰਟੀਏ ਇਨਵੋਲਵ ਨਾ ਹੋਵੇ ਤੇ ਇਹ ਹੁਣ ਕਹਿੰਦੇ ਅਸੀਂ ਕਰਦੇ ਕੁਝ ਨਹੀਂ। 2 ਨੰਬਰ ਦੀ ਸ਼ਰਾਬ ਨਹੀਂ ਵੇਖ ਸਕਦੀ ਜੇ ਸਾਈਜ਼ ਵਾਲੇ ਇਨਵੋਲਵ ਨਾ ਹੁੰਦੇ ਨਾ ਚਾਹਤੇ। ਬਿਲਕੁਲ ਠੀਕ ਹੈ ਕਿ ਜੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਸ਼ੁਰੂ ਅੱਜ ਕੱਲ੍ਹ ਤੋਂ ਵੈਸੇ ਸ਼ੁਰੂ ਹੋਣੀ ਹੈ, ਉਹ ਅੱਜ ਹੀ ਪਹੁੰਚ ਗਏ ਨੇ ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੇ ਆਏ ਨੇ ਤੇ ਅੱਜ ਉਹਨਾਂ ਨੇ ਹਰਮੰਦਰ ਸਾਹਿਬ ਮੱਥਾ ਵੀ ਟੇਕਿਆ ਤੇ ਉਹਨਾਂ ਦਾ ਕਿਆ ਪਲਾਨ ਨਾਲ ਉਹ ਕਹਿੰਦੇ ਵੀ ਕਾਂਗਰਸ ਜਿਹੜੀ ਹੈ ਇਸ ਵੇਲੇ ਵੈਂਟੀਲੇਟਰ ਤੇ ਹੈ ਪੰਜਾਬ ਦੇ ਵਿੱਚ, ਕਿ ਰਾਹੁਲ ਗਾਂਧੀ ਦੀ ਫੇਰੀ ਉਹਨਾਂ ਨੂੰ ਸਜੀਵ ਕਰ ਪਾਊਗੀ, ਕਿਉਂਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਵੀ ਜੇਲ੍ਹ 'ਚ ਨੇ ਤੇ ਇਹ ਵੀ ਹੈ ਵੀ ਕਾਂਗਰਸ ਦੇ ਵਿੱਚ 2 ਧੜੇ ਬਣ ਜਾ ਰਹੇ ਆ। ਇੱਕ ਉਹ ਜਿਹੜੇ ਖੁੱਡੇ ਲੈਣ ਲੱਗੇ ਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕਰ ਰਹੇ ਨੇ ਬਾਹਰ ਆਉਣ ਦੀਆਂ ਤਿਆਰੀਆਂ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਆ। ਵੇਖੋ ਜੀ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਆ, ਜੀ ਜਿਹੜੀ ਚੰਗੀ ਗੱਲ ਆ। ਸ਼੍ਰੀ ਹਰਿਮੰਦਰ ਸਾਹਿਬ ਆ ਕੇ ਉਹਨਾਂ ਮੱਥਾ ਟੇਕਿਆ, ਆਸ਼ੀਰਵਾਦ ਲਿਆ ਗੁਰੂਆਂ ਦਾ, ਤੇ ਪਰਮਾਤਮਾ ਉਹਨਾਂ ਦੀ ਯਾਤਰਾ ਸਫਲ ਕਰੇ। ਅਸੀਂ ਤੇ ਇਹ ਕਹਾਂਗੇ ਕਾਂਗਰਸ ਨੂੰ ਰਾਜਾ ਵੜਿੰਗ ਦੀ ਜੀ ਤੋੜ ਤੇ ਪ੍ਰਤਾਪ ਸਿੰਘ ਬਾਜਵਾ ਦੀ ਕੋਸ਼ਿਸ਼ ਕਰਨ ਦੇ ਆ, ਜੀ ਤੋੜ ਮਿਹਨਤ ਕਰਨ ਦੇ ਆ ਵੀ ਕਾਂਗਰਸ ਨੂੰ ਇੱਕ ਕਰੀਏ। ਪਰ ਕਾਂਗਰਸ ਨੂੰ ਜਿੱਦਾਂ ਤੁਹਾਨੂੰ ਪਤਾ ਅੱਗੇ ਧੜੇਬੰਦੀ ਨੇ ਮਾਰਿਆ ਜੀ, ਅਜੇ ਸਿੱਧੂ ਬਾਹਰ ਨਹੀਂ ਆਏ ਤੇ ਧੜੇਬੰਦੀ ਪਹਿਲਾਂ ਚਾਲੂ ਹੋ ਗਈ ਆ ਜੀ। ਕਈ ਬੰਦੇ ਜਿਨ੍ਹਾਂ ਨੂੰ ਕਾਂਗਰਸ ਚੋਂ ਕੱਢਿਆ ਗਿਆ ਉਹ ਵੀ ਜਾ ਉਹਨਾਂ ਨੂੰ ਜੇਲ੍ਹਾਂ 'ਚ ਮਿਲਣ ਦੇ ਆ। ਹੁਣ ਵੇਖੋ ਸਿੱਧੂ ਉਹਨਾਂ ਨੂੰ ਤੇ ਮਿਲੀ ਜਾਣ ਡੇ, ਜਿਹਨੂੰ ਰਾਜਾ ਵੜਿੰਗ ਜੀ ਤੇ ਸੁਖੀ ਰੰਧਾਵਾ ਜੀ ਮਿਲਣ ਗਏ, ਉਹਨਾਂ ਨੇ ਤੋਂ ਇਨਕਾਰ ਕਰਤਾ ਸੀ। ਉਹਨਾਂ ਨੇ ਕਹਿੰਦੇ ਜੀ ਮੌਨ 'ਚ ਵਰਤ ਰੱਖਿਆ, ਉਹਨਾਂ ਨੂੰ ਨਹੀਂ ਮਿਲੇ। ਧੜੇਬੰਦੀ ਕਾਂਗਰਸ ਨੂੰ ਲੈ ਪਊਗੀ, ਕਾਂਗਰਸ ਨੂੰ ਕੋਈ ਨਹੀਂ ਮਾਰਦਾ, ਕਾਂਗਰਸ ਨੂੰ ਕਾਂਗਰਸ ਮਾਰਦੀ ਆ ਜੀ। ਵੇਖੋ ਇਹਨਾਂ ਦੀ ਜਿਹੜੀ ਭਾਰਤ ਜੋੜੋ ਯਾਤਰਾ ਕਾਂਗਰਸ ਨੂੰ ਜੋੜ ਪਾਉਂਦੀ ਕਿ ਨਹੀਂ ਪਾਉਂਦੀ। ਜੋੜ ਪਾਵੇ ਤੇ ਚੰਗੀ ਗੱਲ ਆ, ਫਿਰ ਤੇ ਕਾਂਗਰਸ 224 'ਚ ਕੁਛ ਕਰੂਗੀ, ਤੇ ਜੇ ਇਦਾਂ ਹੀ ਧੜੇਬੰਦੀ ਰਹੀ ਤੇ ਫਿਰ ਕਾਂਗਰਸ ਨੂੰ ਖਤਮ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਨਹੀਂ ਪਰ ਕਿ ਜੀ ਇੱਕ ਗੱਲ ਹੈ ਜਿਹੜੀ ਹੁਣ ਜਿਵੇਂ ਸਾਹਮਣੇ ਲੋਕਾਂ ਦੇ ਇੱਕ ਕਰਕੇ ਇਹਨਾਂ ਦੇ ਕਈ ਮੰਤਰੀ ਫੜੇ ਗਏ ਸਾਬਕਾ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੁਣ ਕੇ ਚਲੇ ਗਏ ਨੇ, ਉਹ ਆਪ ਹੀ ਕਹਿੰਦੇ ਸੀ ਵੀ ਮੇਰੀ ਕੈਬਨਿਟ 'ਚ 40 ਚੋਰ ਨੇ ਤੇ ਮੈਂ ਉਹ ਸੋਨੀਆ ਗਾਂਧੀ ਨੂੰ ਵੀ ਉਹਦੀ ਫਾਈਲ ਦਿੱਤੀ ਹੈ। ਹਾਲਾਂਕਿ ਉਹਨਾਂ ਦਾ ਨਾਲ ਹੀ ਬਬਲ ਪੈ ਗਿਆ ਸੀ ਵੀ 40 ਚੋਰਾਂ ਦੀ ਫਾਈਲ ਨਹੀਂ ਉਹਨਾਂ ਨੇ ਦਿੱਤੀ, ਤੇ ਉਹ ਹੈਗੀ ਵੀ ਸੀ ਜਾਂ ਨਹੀਂ ਸੀ ਹੈਗੀ। ਇਸ ਵੇਲੇ ਜੋ ਹਾਲਾਤ ਨੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਤਾਂ ਜ਼ਰੂਰ ਆਉਂਦਾ ਨਾ ਜੀ ਵੀ ਭ੍ਰਸ਼ਟਾਚਾਰ ਜੇ ਤੁਸੀਂ ਕੀਤਾ ਤੇ ਤੁਹਾਨੂੰ ਲੋਕਾਂ ਨੇ ਸਬਕ ਸਿਖਾਤਾ। ਭੰਡਾਰੀ ਸਾਹਿਬ ਜੇ 40 ਚੋਰੀ ਤੇ ਅਲੀ ਬਾਬਾ ਤੇ ਕੈਪਟਨ ਸਾਹਿਬ ਹੀ ਨਾ, ਤੇ ਕੈਪਟਨ ਸਾਹਿਬ ਦੇ ਦਬੰਗ ਕਿਸਮ ਦੇ ਤੇ ਕਿਸੇ ਦੇ ਥਾਂ ਦੇ ਨਹੀਂ, ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲਿਆ ਉਹਨਾਂ ਦੇ ਖਿਲਾਫ? ਹੁਣ ਹੀ ਦੇ ਦਿਓ ਫਾਈਲਾਂ। ਉਦੋਂ ਕਹਿੰਦੇ ਸੀਤਾਫਲ ਤੇ ਚੀਕੂ, ਮੈਂ ਕਹਿੰਦਾ ਜੀ ਸੀਤਾਫਲ ਜੋ ਖਾਂਦੇ ਹੀ ਹੁਣ ਦਿਓ ਜਾ ਕੇ। ਹੁਣ ਭਗਵੰਤ ਮਾਨ ਜੀ ਨੂੰ ਫਾਈਲਾਂ ਦੇ ਦਿਓ, ਨਹੀਂ ਦੇਣੀਆਂ ਮੋਦੀ ਸਾਹਿਬ ਨੂੰ ਦੇ ਦਿਓ, ਈਡੀ ਕਰਾ ਦਿਓ, ਸੀਬੀਆਈ ਦਾ ਰੇਟ ਕਰਾ ਦਿਓ, ਗਵਰਨਰ ਸਾਹਿਬ ਨੂੰ ਦੇ ਦਿਓ, ਗਵਰਨਰ ਸਾਹਿਬ ਬਣੇ ਦਿਓ ਕਿਸੇ ਨੂੰ। ਤੇ ਹੁਣ ਗੱਲਾਂ ਹੀ ਮਰੀ ਜਾਂਦੇ, ਡਰਾ ਕੇ ਰੱਖਣ ਆ ਵੀ ਚਲੋ ਕਾਂਗਰਸ ਚ ਲਿਆਣੇ ਪੈਣਗੇ, ਡਰ ਕੇ ਆ ਜਾਣਗੇ। ਇਹ ਨਹੀਂ ਗੱਲ ਚੱਲਦੀ। ਨਹੀਂ ਪਰ ਹੁਣ ਬੀਜੇਪੀ ਜਿਹੜੀ ਨਾ ਉਹ ਥੋੜੀ ਹੋ ਗਈ ਹੈ ਸਖਤ। ਉਹ ਕਹਿੰਦੇ ਵੀ ਜਿਹੜੇ ਸਾਡਾ ਪਹਿਲੇ ਹੀ ਬੜੇ ਬਦਨਾਮ ਹੋ ਗਏ ਆ ਵੀ ਸਾਰੇ ਭ੍ਰਸ਼ਟਾਚਾਰੀਆਂ ਨੂੰ ਹੀ ਲਈ ਜਾਂਦੇ ਆ। ਵੇਖ ਲਓ ਸੁੰਦਰ ਸ਼ਾਮ ਅਰੋੜਾ ਨੇ ਚੰਗੀ ਮੁਸੀਬਤ ਪਾਈ ਉਹਨਾਂ ਦੇ ਭਾਅ ਦੀ। ਬਿਲਕੁਲ ਸੁੰਦਰ ਸ਼ਾਮ ਅਰੋੜਾ ਤੇ ਉਹਨਾਂ ਦੀ ਗਲੇ ਦੀ ਫਾਂਸ ਦੇ ਬਣੇ ਹੋਏ ਆ। ਹੁਣ ਇਦਾਂ ਹੀ ਕੰਵਰ ਸਾਹਿਬ ਦੇ ਬੜੇ ਤਗੜੇ ਮੰਤਰੀ ਉਹ ਵੀ ਜਾਣਾ ਚਾਹੁੰਦੇ ਸੀ, ਪਰ ਉਹਨਾਂ ਦੇ ਭ੍ਰਸ਼ਟਾਚਾਰ ਦਾ ਕੇਸ ਚੱਲਣ ਡਿਆ, ਇਨਕੁਆਇਰੀ ਚੱਲਣ ਡਈ ਆ, ਤੇ ਉਹਨਾਂ ਨੂੰ ਉਹਨਾਂ ਨਹੀਂ ਲਿਆ, ਲੈਣ ਤੋਂ ਇਨਕਾਰ ਕਰਤਾ ਸੀ ਸਾਹਿਬ ਹੀ। ਅੱਗੇ ਜੀ ਇੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਹਾਈ ਕੋਰਟ ਪਹੁੰਚ ਗਈ ਹੈ, ਇਹਨਾਂ ਦਾ ਕਹਿਣਾ ਵੀ ਸਾਨੂੰ ਟੋਲ ਬੰਦ ਰਹਿਣ ਤੇ ਸਾਡਾ ਬਹੁਤ ਨੁਕਸਾਨ ਹੋਇਆ। ਮੈਂ ਕਹਿੰਦਾ ਕਿ ਜਿਹੜਾ ਸ਼ਰਾਬ ਫੈਕਟਰੀ ਪਹੁੰਚੀ ਸੀ ਤੇ 20 ਕਰੋੜ ਲੈ ਗਏ ਉਹ, ਕਹਿੰਦੇ ਬੰਦ ਫੈਕਟਰੀ ਬੰਦ ਹੋਣ ਨਾਲ ਸਾਡਾ ਨੁਕਸਾਨ ਹੋਇਆ। ਹੁਣ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਆਫ ਇੰਡੀਆ ਇਹ ਵੀ ਹਾਈ ਕੋਰਟ ਪਹੁੰਚ ਗਈ ਆ। ਉਹ ਆਂਦੇ ਵੀ ਟੋਲ ਬੰਦ ਕਰਨ ਵਾਲੇ ਕਿਸਾਨ ਬੰਦ ਕਰਦੇ ਆ, ਸਾਡਾ 1 ਕਰੋੜ ਤੇ 33 ਲੱਖ ਦਾ ਰੋਜ਼ ਦਾ ਨੁਕਸਾਨ ਹੁੰਦਾ। ਇਹਨੂੰ ਲੈ ਕੇ ਨਾ ਕੁਝ ਡੀਸੀਆਂ ਨੂੰ ਚਿੱਠੀ ਵੀ ਲਿਖੀ ਸੀ ਉਹਨਾਂ ਨੇ। ਹਾਂ ਡੀਸੀਆਂ ਨੂੰ ਚਿੱਠੀ ਲਿਖੀ ਆ ਵੀ ਆ ਜਿਹੜੇ ਸਾਡੇ ਟੋਲ ਖਲਾਏ ਜਾਣ ਜੀ, ਇਹ ਜਿਹੜੇ ਬੰਦ ਹੈਗੇ ਆ ਕਿਸਾਨਾਂ ਨੂੰ ਉਠਾਓ, ਟੋਲ ਖਲਾਓ। ਉਹ ਆਂਦੇ ਵੀ 440 ਦਿਨ ਪਹਿਲਾਂ ਬੰਦ ਰਹੇ ਤੇ 1348 ਕਰੋੜ ਦਾ ਸਾਡਾ ਨੁਕਸਾਨ ਹੋ ਗਿਆ ਜੀ। ਆਂਦੇ ਜਾਂ ਤੇ ਸਾਡੇ ਨੁਕਸਾਨ ਦੀ ਭਰਪਾਈ ਕਰੋ, ਆਂਦੇ ਵੀ ਸੈਂਟਰ ਦੇ ਖਜ਼ਾਨੇ ਨੂੰ ਵੀ ਇਹਦਾ ਨੁਕਸਾਨ ਹੋ ਰਿਹਾ ਤੇ ਟੋਲ ਜਿਹੜੇ ਖਲਾਓ। ਹੁਣ ਹਾਈ ਕੋਰਟ ਵੇਖੋ ਕੀ ਫੈਸਲਾ ਕਰਦੀ ਹੈ। ਵੈਸੇ ਕਿਸਾਨਾਂ ਨੇ ਕਹਿਤਾ ਵੀ 15 ਤਰੀਕ ਨੂੰ ਅਸੀਂ ਟੋਲ ਖਾਲੀ ਕਰ ਦਿਆਂਗੇ, ਉੱਠ ਜਾਵਾਂਗੇ, ਪਰ ਇਹ ਹਾਲ ਹੈ ਵੇਖੋ ਕਿਤਾਬ ਮਾੜੀ ਆ। ਕੋਈ ਵੀ ਚੀਜ਼ ਧੱਕੇ ਨਾਲ ਨਹੀਂ ਹੋਣੀ ਚਾਹੀਦੀ। ਕਾਨੂੰਨ ਕਾਹਦੇ ਲਈ ਬਣਿਆ? ਕਾਨੂੰਨ ਸਾਡੇ ਨੂੰ ਵੀ ਚਾਹੀਦਾ ਵੀ ਜਲਦੀ ਇਨਸਾਫ ਦਿਓ, ਇਹ ਨਹੀਂ ਸਾਲਾਂ ਬੱਧੀ ਹੋਵੇ ਤੇ ਲੋਕੀ ਫਿਰ ਕਾਨੂੰਨ ਆਪਣੇ ਹੱਥ 'ਚ ਲੈ ਲੈਣ। ਹੁਣ ਕਿਸਾਨਾਂ ਨੂੰ ਇਹ ਇੱਕ ਕੰਮ ਚਾਹੀਦਾ ਵੀ ਇਹਨਾਂ ਦੇ ਆਈਐਸ ਪੀਸੀਐਸ ਦਫ਼ਤਰਾਂ ਦਾ ਵੀ ਘਰਾ ਕਰੋ। ਇਹਨਾਂ ਨੇ ਹਾਈਵੇ ਦਾ ਬੜਾ ਰੌਲਾ ਪਾਇਆ ਸੀ ਵੀ ਅਫਸਰ ਪੈਸੇ ਖਾ ਗਏ ਆ ਹਾਈਵੇ ਦਾ, ਵੀ ਜਿਹੜੀ ਜ਼ਮੀਨਾਂ ਦੇ ਖਾ ਗਏ ਆ, ਤੇ ਫਿਰ ਇਹਨਾਂ ਦਾ ਠੰਡੇ ਹੋ ਜਾਂਦੇ ਜੇ ਮਗਰੋਂ ਦੀ ਹੀ। ਹੁਣ ਇਹਨਾਂ ਦਾ ਆਈਐਸ ਪੀਸੀਐਸ ਦਾ ਘਰਾ ਕਰੋ ਫਿਰ।
ਨਹੀਂ ਦੇਖੋ ਜਾ ਕੇ ਕਰਨ ਕਿਸਾਨ ਕੀ ਕੇਸ ਜੀ ਡੇ ਦੇਖੋ ਕਿਸਾਨ ਹੁਣ ਆਈਐਸ ਆਪਣੇ ਧੰਦਾ ਫਿਰ ਮੈਂ ਦੱਸਿਆ ਸੀ ਵੀ ਜਿਹੜੇ ਪੀਸੀਐਸ ਆਈਐਸ ਪ੍ਰਮੋਟ ਇਹਨਾਂ ਨੂੰ ਆਈਐਸ ਨਹੀਂ ਮੰਨਦੇ, ਇਹ ਡਾਇਰੈਕਟ ਆਈਐਸ ਨੂੰ ਆਈਐਸ ਮੰਨਦੇ ਆ। ਪੋਪਲੀ ਵਾਲੇ ਕਿਉਂ ਨਹੀਂ ਇਹਨਾਂ ਨੇ ਹੜਤਾਲ ਕੀਤੀ? ਵੱਖਰੀ ਵੱਖਰੀ ਲੌਬੀ ਕਿਉਂ ਹੈ ਨਾ ਨਹੀਂ ਜੀ। ਗਏ ਉਹਦੀ ਫੇਵਰ ਦੇ ਵਿੱਚ? ਤੇ ਉਹਨੂੰ ਕਹਿੰਦੇ ਸੈਕੰਡ ਕਲਾਸ ਹੈ, ਪ੍ਰਮੋਟ ਹੋ ਕੇ ਆਇਆ ਹੈ, ਹਾਂ ਆਪਣਾ ਹੈ। ਫਿਰ ਇਹ ਨਾਲ ਬੈਚ ਵੀ ਡਾ ਦੇ ਆਪਣਾ ਆਈਐਸ ਆਈਪੀਐਸ ਦੀ ਵੈਸੇ ਬੜੀ ਆਪ ਚ ਲੱਗਦੀ ਆ। ਨਹੀਂ ਲੱਗਦੀ ਨਹੀਂ, ਦੇਖੋ ਹੁਣ ਲੱਗੇਗੀ ਤਾਂ ਆਪੇ ਜਦੋਂ ਜੇ ਇਮਾਨਦਾਰ ਅਧਿਕਾਰੀ ਵਿਜੀਲੈਂਸ ਜਿਹੜੇ ਇਸ ਵੇਲੇ ਚੀਫ ਡਾਇਰੈਕਟਰ ਹੈ ਵਰਿੰਦਰ ਕੁਮਾਰ ਜੇ ਕੋਈ ਕੰਮ ਕਰ ਰਹੇ ਹੈ ਤੇ ਇਹਨਾਂ ਨੂੰ ਤਕਲੀਫ ਹੋਣ ਡਈ ਹੈ, ਫਿਰ ਜਿਵੇਂ ਅਸੀਂ ਪਹਿਲੇ ਕਿਹਾ ਵੀ ਇਹਨਾਂ ਨਾਲੋਂ ਜ਼ਿਆਦਾ ਕਾਨੂੰਨ ਉਹਨਾਂ ਨੂੰ ਪਤਾ ਹੋਣਾ ਹੈ, ਜ਼ਿਆਦਾ ਪਤਾ। ਫਿਰ ਦੇਖੋ ਨਾ ਇਹ ਅਧਿਕਾਰੀਆਂ ਨੇ ਅਧਿਕਾਰੀਆਂ ਦੀ ਏਸੀਆਰ ਲਿਖਣੀ ਹੈ, ਵੇਖਿਆ ਜਾਏ ਤੇ ਲੀਡਰਾਂ ਦੇ ਕੀ ਆ ਉਦਾਂ ਹੀ ਫੋਕੀ ਟੋਰੀ ਆ ਵੀ ਜਿੱਦਾਂ ਚਿਰ ਮੰਤਰੀ ਆ ਉਹਨਾਂ ਚਿਰ ਸੂਟਾ ਮੁੜ ਕੇ। ਵਰਿੰਦਰ ਸ਼ਰਮਾ ਜੀ ਨੇ ਇੱਥੇ ਜੀਓ ਮੈਚ ਇੱਕ ਡਾਕਟਰ ਵੀ ਫੜ ਲਿਆ ਸੀ, ਗਲਤ ਕੰਮ ਕਰਦਾ, ਕਮਰਾ ਲੈ ਕੇ ਜੀਓ ਮੈਚ ਉਹਨਾਂ ਨੇ ਫੜ ਲਿਆ, ਲਿਹਾਜ਼ ਨਹੀਂ ਕਰਦੇ ਗਏ। ਨਹੀਂ ਕਿਉਂ ਕਰਨਾ ਲਿਹਾਜ਼? ਇਹ ਬੜੇ ਉੱਚੇ ਪੁਲਿਸ ਅਧਿਕਾਰੀ ਦਾ ਨਜ਼ਦੀਕੀ ਸੀ। ਦੇਖੋ ਦੇਖੋ ਗੱਲ ਤੇ ਫਿਰ ਹੋਈ ਆ। ਸਾਡੀ ਵੀ ਇਹੀ ਹੈ, ਸਰਕਾਰ ਨੂੰ ਬੇਨਤੀ ਹੈ ਵੀ ਸਰਕਾਰ ਨੂੰ ਇਹ ਤੇ ਜਲਦੀ ਫੈਸਲਾ ਲੈਣਾ ਚਾਹੀਦਾ। ਜੇ ਅਧਿਕਾਰੀਆਂ ਦੇ ਦਬਾਅ ਤੇ ਥੱਲੇ ਆ ਗਈ ਤੇ ਫਿਰ ਕੱਟੜ ਇਮਾਨਦਾਰ ਸਰਕਾਰ ਦਾ, ਕੱਟੜ ਇਮਾਨਦਾਰ ਪ੍ਰਸ਼ਾਸਨ ਦੇਣ ਦਾ ਜਿਹੜਾ ਸੁਪਨਾ, ਉਹ ਸੁਪਨਾ ਹੀ ਨਾ ਕਿਤੇ ਰਹਿ ਜਾਵੇ। ਵਾਕਈ ਜੇ ਕਿਸੇ ਨੇ ਗਲਤ ਕੰਮ ਕੀਤਾ ਹੈ ਤੇ ਉਹਨੂੰ ਛੱਡਿਆ ਨਹੀਂ ਜਾਣਾ ਚਾਹੀਦਾ। ਜੇ ਕਿਸੇ ਨੇ ਗਲਤ ਕੰਮ ਨਹੀਂ ਕੀਤਾ ਤੇ ਉਹਨੂੰ ਪਰੇਸ਼ਾਨ ਕਰਨ ਵਾਲਿਆਂ ਦੇ ਉੱਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਾਨੂੰ ਦਿਓ ਇਜਾਜ਼ਤ। ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ, ਨਮਸਕਾਰ।